वाहेगुरु जी का खालसा, वाहेगुरु जी की फतेह। जय भीम, जय भारत, जय संविधान। देशों विदेशों ਦੇ ਵਿੱਚ ਵਸਦੇ ਮੇਰੇ ਭਾਰਤ ਦੇ ਮੂਲ ਨਿਵਾਸੀ ਪੰਜਾਬੀ ਭੈਣ ਭਰਾਓ, ਤੁਸੀਂ ਮੇਰੇ ਆਪਣੇ ਤੇ ਮੈਂ ਤੁਹਾਡਾ ਆਪਣਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣਾ ਤੋਂ। ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪ ਜੀ ਦੀ ਤੰਦਰੁਸਤੀ ਭਰੀ ਲੰਮੀ ਉਮਰ ਤੇ ਚੜ੍ਹਦੀ ਕਲਾ ਦੀ ਮੈਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰੂੰਗਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਆਪਣਾ ਧਿਆਨ ਵੀ ਰੱਖਦੇ ਹੋਵੋਗੇ। ਸਾਥੀਓ, ਅੱਜ ਦਾ ਵੀਡੀਓ ਲੈ ਕੇ ਆਪ ਜੀ ਦੀ ਕਚਹਿਰੀ ਦੇ ਵਿੱਚ ਆਉਣ ਦਾ ਜੋ ਮੇਰਾ ਮਕਸਦ ਹੈ, ਉਹ ਮਕਸਦ ਇਹ ਹੈ ਸਾਥੀਓ ਕਿ ਕਿਸਾਨਾਂ ਦੀਆਂ ਧੀਆਂ ਸਾਡੀਆਂ ਧੀਆਂ ਨੇ, ਕਿਸਾਨਾਂ ਦੀਆਂ ਭੈਣਾਂ ਸਾਡੀਆਂ ਭੈਣਾਂ ਨੇ। ਅੱਜ ਸਾਡੇ ਕੋਲ ਇੱਕ ਮਾਮਲਾ ਜੋ ਆਇਆ, ਮੈਂ ਆਪ ਜੀ ਦੇ ਨਾਲ ਉਹ ਸਾਂਝਾ ਕਰਨ ਜਾ ਰਿਹਾ ਹਾਂ ਕਿ ਡਿਸਟ੍ਰਿਕਟ ਮੁਕਤਸਰ ਤੋਂ ਸਾਡੇ ਕਿਸਾਨ ਦੀ ਧੀ ਬੀਬਾ ਹਰਜਿੰਦਰ ਕੌਰ ਉੱਪਲ, ਬਹੁਤ ਵਾਇਰਲ ਹੋ ਰਿਹਾ ਮਾਮਲਾ। ਸ਼ਾਇਦ ਆਪ ਜੀ ਨੇ ਵੀਡੀਓ ਦੇਖੀ ਹੋਊਗੀ ਕਿ ਇੱਕ ਅੰਮ੍ਰਿਤਸਰ ਜੇਲ੍ਹ ਦਾ ਕੋਈ ਪੁਲਿਸ ਵਾਲਾ ਆ ਜਿਹੜਾ ਉਸ ਧੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਆ। ਸਾਥੀਓ, ਮਾਮਲਾ ਕੀ ਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦਾ ਆ, ਪਰ ਅੱਜ ਵੀ ਮੈਂ ਬੇਨਤੀ ਕਰੂੰਗਾ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਦੁਨੀਆ ਨੂੰ ਪਤਾ ਚੱਲ ਸਕੇ। ਤੇ ਜਿਹੜੇ ਘੜਮ ਚੌਧਰੀ ਨੇ ਪੰਜਾਬ ਦੇ ਵਿੱਚ, ਜਿਹੜੇ ਉਹ ਪੁਲਿਸ ਵਾਲੇ ਵਰਗੀ ਸੋਚ ਰੱਖਦੇ ਆ, ਜਿਹੜਾ ਕਿ ਮੇਰੇ ਵੀ ਸ਼ਾਇਦ ਦਾਦੇ ਦੀ ਉਮਰ ਦਾ ਹੋ ਸਕਦਾ ਆ ਉਹ ਬੰਦਾ, ਤੇ ਉਹ ਬੰਦਾ ਇੱਕ ਧੀ ਨੂੰ ਪਰੇਸ਼ਾਨ ਕਰ ਰਿਹਾ ਆ, ਉਹਦੇ ਨਾਲ ਤਸ਼ੱਦਦ ਕਰ ਰਿਹਾ ਆ। ਮਸਲਾ ਤੁਹਾਨੂੰ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ। ਬਣੇ ਰਹੋ ਤੁਸੀਂ, ਔਰ ਆ ਸ਼ੇਅਰ ਦਾ ਬਟਨ ਆ ਥੱਲੇ, ਸ਼ੇਅਰ ਦਾ ਬਟਨ ਦਬ ਕੇ ਤੇ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਓ। ਸਾਥੀਓ, ਜਿਹੜੇ ਲੋਕ ਸਾਡੇ ਤੇ ਇਲਜ਼ਾਮ ਲਾਉਂਦੇ ਆ ਕਿ ਇਹ RSS ਦੇ ਨੇ, ਇਹ ਪਾੜਾ ਪਾਉਂਦੇ ਨੇ, ਇਹ ਜੱਟਾਂ ਨੂੰ ਮਾੜਾ ਬੋਲਦੇ ਆ, ਜੱਟ ਸਾਡੇ ਭਰਾ ਨੇ। ਮੈਂ ਪਹਿਲੀ ਗੱਲ ਜੱਟ ਸ਼ਬਦ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਇਹ ਵਿਪਰ ਦੁਆਰਾ ਦਿੱਤੀ ਹੋਈ ਇੱਕ ਗਾਲ ਆ। ਜਿੰਨੀਆਂ ਜਾਤਾਂ ਨੇ ਉਹ ਗਾਲਾਂ ਨੇ ਵਿਪਰ ਦੀਆਂ ਦਿੱਤੀਆਂ ਹੋਈਆਂ। ਜਦੋਂ ਅਸੀਂ ਜਾਤ ਨੂੰ ਐਕਸੈਪਟ ਕਰਦੇ ਹਾਂ ਤੇ ਅਸੀਂ ਗਾਲ ਨੂੰ ਐਕਸੈਪਟ ਕਰਦੇ ਹਾਂ। ਜਿੱਦਾਂ ਕੋਈ ਗਾਲ ਕੱਢੇ ਅਸੀਂ ਉਹ ਐਕਸੈਪਟ ਨਹੀਂ ਕਰਦੇ, ਅਸੀਂ ਮਰਨ ਮਰਾਉਣ ਤੱਕ ਚਲੇ ਜਾਂਦੇ ਹਾਂ। ਇਸੇ ਤਰ੍ਹਾਂ ਜਿਹੜੀ ਜਾਤ ਆ ਸਾਡੀ ਉਹ ਗਾਲ ਆ, ਤੇ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਜੱਟ ਸ਼ਬਦ ਬੋਲ ਕੇ ਗਾਲ ਨਹੀਂ ਕੱਢਣਾ ਚਾਹੁੰਦਾ। ਜਿਹੜਾ ਸਿੱਖੀ 'ਚ ਵਿਸ਼ਵਾਸ ਰੱਖਦਾ ਆ ਉਹ ਸਿੱਖ ਆ, ਜਿਹੜਾ ਖੇਤੀ ਕਰਦਾ ਆ ਉਹ ਕਿਸਾਨ ਆ, ਜਿਹਦੇ ਕੋਲ ਜ਼ਮੀਨ ਆ ਉਹ ਜ਼ਿਮੀਂਦਾਰ ਆ। ਇਹ ਤਿੰਨੋਂ ਹੀ ਸ਼ਬਦ ਪਵਿੱਤਰ ਸ਼ਬਦ ਨੇ। ਤੇ ਜਦੋਂ ਚੌਥਾ ਸ਼ਬਦ ਜਾਣਬੁੱਝ ਕੇ ਜਾਤ ਵਾਲਾ ਯਾਨੀ ਜੱਟ ਐਡ ਕਰ ਲਿਆ ਜਾਂਦਾ ਆ, ਉੱਥੇ ਵਿਵਾਦ ਸ਼ੁਰੂ ਹੋ ਜਾਂਦਾ, ਕਿਉਂਕਿ ਜੱਟ ਨਹੀਂ ਮਾੜਾ, ਕਿਸਾਨ ਨਹੀਂ ਮਾੜਾ, ਜੱਟਵਾਦ ਮਾੜਾ ਆ। ਸਾਥੀਓ, ਅਸੀਂ ਆਪਣੇ ਕਿਸਾਨ ਭਰਾਵਾਂ ਨਾਲ ਪਿਆਰ ਕਰਦੇ ਆ। ਮੈਂ ਖੁਦ ਕਿਸਾਨ ਆ, ਬੇਸ਼ੱਕ ਮੈਂ ਮਜ਼ਦੂਰ ਦਾ ਪੁੱਤ ਜੰਮਿਆ ਹੋਊਗਾ, ਲੇਕਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਆ ਸਾਡਾ ਇੱਕ ਰਹਿਬਰ ਆ ਸਾਡਾ ਇੱਕ ਉਹ ਖੁਦਾ ਆ, ਸਾਡਾ ਰੱਬ ਆ। ਮਾਫ ਕਰਨਾ, ਕਿਸੇ ਸ਼ਬਦ ਨੂੰ ਗਲਤ ਨਾ ਲੈ ਜਿਓ। ਇਹ ਸਾਡਾ ਇੱਕ ਰਹਿਬਰ ਆ, ਐਸਾ ਹੋਇਆ ਜਿਨੇ ਇੱਕ ਮਜ਼ਦੂਰ ਦੇ ਪੁੱਤ ਨੂੰ ਵੀ ਕਿਸਾਨ ਬਣਾ ਦਿੱਤਾ, ਜ਼ਿਮੀਂਦਾਰ ਬਣਾ ਦਿੱਤਾ। ਸਾਥੀਓ, ਕਿਸਾਨ ਸਾਡੇ ਭਰਾ ਨੇ, ਉਹਨਾਂ ਦੀਆਂ ਧੀਆਂ ਸਾਡੀਆਂ ਧੀਆਂ ਨੇ, ਉਹਨਾਂ ਦੀਆਂ ਭੈਣਾਂ ਸਾਡੀਆਂ ਭੈਣਾਂ ਨੇ, ਉਹਨਾਂ ਦੀਆਂ ਮਾਵਾਂ ਸਾਡੀਆਂ ਨੇ, ਕਿਉਂਕਿ ਅਸੀਂ ਪੰਜਾਬ 'ਚ ਰਹਿੰਦੇ ਹਾਂ ਤੇ ਸਾਰਿਆਂ ਦੀਆਂ ਧੀਆਂ ਭੈਣਾਂ ਮਾਵਾਂ ਜਿਹੜੀਆਂ ਨੇ ਉਹ ਸਾਂਝੀਆਂ ਨੇ। ਲੋਕੀ ਸਾਡੇ ਤੇ ਇਲਜ਼ਾਮ ਲਾਉਂਦੇ ਆ। ਇਲਜ਼ਾਮ ਕੌਣ ਲਾਉਂਦੇ ਆ? ਘੜਮ ਚੌਧਰੀ ਹੀ ਇਲਜ਼ਾਮ ਲਾਉਂਦੇ ਆ। ਹੁਣ ਇਹ ਧੀ ਜਿਹੜੀ ਹੈ, ਇਹਨੂੰ ਤੰਗ ਕਰਨ ਵਾਲਾ ਵੀ ਉਸੇ ਕਮਿਊਨਿਟੀ ਦਾ ਆ, ਘੜਮ ਚੌਧਰੀ ਆ, ਕਿਉਂਕਿ ਇਹ ਲੋਕ ਅਮੀਰ ਘੜਮ ਚੌਧਰੀ ਜਿਹੜੇ ਨੇ ਉਹ ਗਰੀਬ ਕਿਸਾਨਾਂ ਨੂੰ, ਬੇਜ਼ਮੀਨੇ ਕਿਸਾਨਾਂ ਨੂੰ, ਘੱਟ ਜ਼ਮੀਨਾਂ ਵਾਲੇ ਕਿਸਾਨਾਂ ਦੇ ਵੀ ਧੀਆਂ ਪੁੱਤਾਂ ਨੂੰ ਦੇ ਉੱਤੇ ਤਸ਼ੱਦਦ ਕਰਦੇ ਆ, ਉਹਨਾਂ ਤੇ ਝੂਠੇ ਪਰਚੇ ਕਰਾਉਂਦੇ ਆ, ਉਹਨਾਂ ਦੀਆਂ ਜ਼ਮੀਨਾਂ ਹੜਪਣ ਵਾਸਤੇ ਜਾਂ ਉਹਨਾਂ ਨੂੰ ਵੀ ਗੁਲਾਮ ਬਣਾਉਣ ਵਾਸਤੇ ਉਹ ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਚੱਲਦੇ ਨੇ। ਤੇ ਅਸੀਂ ਜੱਟਵਾਦ ਨੂੰ ਅਸੀਂ ਇੱਕ ਨਾਮ ਦਿੱਤਾ ਆ ਘੜਮ ਚੌਧਰੀ। ਤੇ ਜਿਹੜੇ
ਚੰਗੀ ਸੋਚ ਵਾਲੇ ਜੱਟ ਨੇ ਉਹ ਕਿਤੇ ਗੁੱਸਾ ਨਾ ਕਰ ਜਾ ਕਰਨ ਵੀ ਅਸੀਂ ਸਾਰਿਆਂ ਨੂੰ ਨਹੀਂ ਕਦੀ ਬੋਲਦੇ, ਕਿਉਂਕਿ ਅਸੀਂ ਬੋਲਦੇ ਸਿਰਫ ਉਹਨਾਂ ਨੂੰ ਆ ਜਿਨ੍ਹਾਂ ਦੇ ਅੰਦਰ ਹੰਕਾਰ ਭਰਿਆ ਪਿਆ, ਹੰਕਾਰ ਨਾਲ ਡੱਕੇ ਪਏ ਨੇ। ਧੌਣ 'ਚ ਉਹਨਾਂ ਦੇ ਜੱਟਵਾਦ ਵਾਲਾ ਕਿੱਲਾ ਆ ਘੜਮ ਚੌਧਰੀਆਂ ਦੇ, ਉਹ ਕਿੱਲਾ ਕੱਢਦੇ ਆ ਤੇ ਕੱਢਦੇ ਰਵਾਂਗੇ। ਤੇ ਅਸਲ ਪੰਜਾਬ ਦੇ ਖਾਲਸਿਆਂ ਦਾ ਮਕਸਦ ਹੀ ਘੜਮ ਚੌਧਰੀਆਂ ਦੀ ਧੌਣ 'ਚੋਂ ਕਿੱਲਾ ਕੱਢਣਾ ਸੀਗਾ, ਪਰ ਖਾਲਸੇ ਦੀ ਪਰਿਭਾਸ਼ਾ ਕੁਝ ਅਖੌਤੀ ਲੋਕਾਂ ਨੇ ਬਦਲ ਕੇ ਰੱਖ ਦਿੱਤੀ ਆ। ਉਹ ਭੁਗਤਦੇ ਹੀ ਘੜਮ ਚੌਧਰੀਆਂ ਦੇ ਹੱਕ ਦੇ ਵਿੱਚ ਆ। ਹੁਣ ਜਿਨ੍ਹਾਂ ਨੇ ਹੱਥਾਂ ਦੇ ਵਿੱਚ 3-3 ਫੁੱਟ ਦੀਆਂ ਕਿਰਪਾਨਾਂ ਫੜੀਆਂ, ਕਲਗੀਧਰ ਪਿਤਾ ਜੀ ਨੇ ਤੇ ਕਿਰਪਾਨਾਂ ਇਹਨਾਂ ਨੂੰ ਫੜਾਈਆਂ ਸੀਗੀਆਂ ਕਿ ਧੀਆਂ ਭੈਣਾਂ ਦੀ ਰਾਖੀ ਵਾਸਤੇ। ਉਧਰਲੇ ਮਾਮਲਿਆਂ ਦੇ ਵਿੱਚ ਤੇ ਇਹ ਜਾਂਦੇ ਨਹੀਂ ਆ, ਹੋਰਨਾਂ ਧਰਮਾਂ ਦੀਆਂ ਨਿੰਦਿਆਵਾਂ ਕਰਨ ਵਾਸਤੇ। ਤੇ ਜਿਸ ਤਰ੍ਹਾਂ ਕਰੋਨਾ ਨੇ ਆਣ ਕੇ ਮਹਾਮਾਰੀ ਫੈਲਾ ਦਿੱਤੀ ਸੀ ਤੇ ਇਹਨਾਂ ਨੇ ਵੀ ਪੰਜਾਬ ਦੇ ਵਿੱਚ ਵਾਇਰਸ ਫੈਲਾਉਣੇ ਸ਼ੁਰੂ ਕਰ ਦਿੱਤੇ ਆ। ਅਸਲ ਕੰਮ ਨਹੀਂ ਇਹ ਕਰ ਰਹੇ ਜਿਹੜਾ ਕਰਨਾ ਚਾਹੀਦਾ ਆ। ਹੁਣ ਮਸਲਾ ਕੀ ਆ ਸਾਥੀਓ ਕਿ ਮਜ਼ਲੂਮਾਂ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਆਪ ਜੀ ਸਭ ਜਾਣਦੇ ਹੋ, ਜਿਸ ਤਰ੍ਹਾਂ ਕਿ ਇਹ ਆਪਣੀਆਂ ਧੀਆਂ ਭੈਣਾਂ ਦੀ ਰਾਖੀ ਵੀ ਕਰ ਰਹੀ ਹੈ। ਅਗਰ ਉਹਨਾਂ ਨਾਲ ਕੋਈ ਜ਼ੁਲਮ ਹੋ ਰਿਹਾ ਤੇ ਉਸ ਜਿਹੜੇ ਜ਼ੁਲਮੀ ਲੋਕ ਨੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਵੀ ਭੇਜ ਰਹੀ ਆ। ਤੇ ਸਾਡੀ ਜਥੇਬੰਦੀ ਦੇ ਕੰਮ ਨੂੰ ਦੇਖਦੇ ਹੋਏ ਮੁਕਤਸਰ ਤੋਂ ਸਭ ਤੋਂ ਪਹਿਲਾਂ ਤੇ ਇੱਕ ਬੇਜ਼ਮੀਨੇ ਘੱਟ ਜ਼ਮੀਨ ਵਾਲੇ ਕਿਸਾਨ ਭਰਾਵਾਂ ਦੇ ਮੈਨੂੰ ਫੋਨ ਆਏ। ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਸਾਡੇ ਨਾਲ ਜਿਹੜੇ ਅਮੀਰ ਘੜਮ ਚੌਧਰੀ ਨੇ ਪਿੰਡਾਂ ਦੇ ਵਿੱਚ, ਉਹ ਸਾਡੇ ਤੇ ਵੀ ਜ਼ੁਲਮ ਕਰਦੇ ਆ, ਸਾਡੇ ਵੀ ਹਾਲਾਤ ਮਾੜੇ ਕਰ ਦਿੰਦੇ ਆ, ਵੱਟ ਬੰਨਿਆਂ ਪਿੱਛੇ ਸਾਡੇ ਵੀ ਕਤਲ ਕਰ ਦਿੰਦੇ ਆ, ਧੀਆਂ ਭੈਣਾਂ ਨੂੰ ਪਤੰਗ ਪਰੇਸ਼ਾਨ ਕਰਦੇ ਆ, ਔਰ ਸਾਨੂੰ ਵੀ ਇਹ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ। ਉਹਨਾਂ ਵੀਰਾਂ ਨੇ ਮੇਰੇ ਧਿਆਨ 'ਚ ਲਿਆਂਦਾ ਕਿ ਇਸ ਤਰ੍ਹਾਂ ਇੱਕ ਕਿਸਾਨ ਆ, ਉਹਦੀ ਡੈਥ ਹੋ ਚੁੱਕੀ ਆ ਤੇ ਜਿੰਨੀ ਵੀ ਉਹਨਾਂ ਦੇ ਕੋਲ ਥੋੜੀ ਬਹੁਤ ਜ਼ਮੀਨ ਹੈਗੀ ਆ, ਉਹ ਜ਼ਮੀਨ ਨੂੰ ਦੇਖ ਕੇ ਇੱਕ ਜੋ ਕਿ ਵਿਅਕਤੀ ਘੜਮ ਚੌਧਰੀ ਜੋ ਪੁਲਿਸ ਪ੍ਰਸ਼ਾਸਨ 'ਚ ਕੰਮ ਕਰਦਾ, ਇੱਥੇ ਮੈਂ ਗੱਲ ਕਲੀਅਰ ਕਰ ਦਵਾਂ, ਪੁਲਿਸ ਪ੍ਰਸ਼ਾਸਨ ਨੂੰ ਵੀ ਮੈਂ ਸਲੂਟ ਕਰਦਾ ਆ। ਪੁਲਿਸ ਪ੍ਰਸ਼ਾਸਨ ਸਾਰਾ ਨਹੀਂ ਮਾੜਾ, ਲੇਕਿਨ ਉਹਦੇ ਵਿੱਚ ਵੀ ਕੁਝ ਸ਼ਰਾਰਤੀ ਅੰਸਰ, ਕੁਝ ਮਾੜੀ ਸੋਚ ਵਾਲੇ ਲੋਕ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਕੇ ਸਾਰੇ ਮਹਿਕਮੇ ਨੂੰ ਬਦਨਾਮ ਕਰ ਦਿੰਦੇ ਨੇ। ਸਾਥੀਓ ਸ਼੍ਰੀ ਮੁਕਤਸਰ ਸਾਹਿਬ ਦਾ ਇਹ ਪੁਲਿਸ ਮੁਲਾਜ਼ਮ ਆ ਜੋ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਕੰਮ ਕਰਦਾ ਆ, ਉੱਥੇ ਤਾਇਨਾਤ ਆ। ਭੈਣ ਹਰਜਿੰਦਰ ਕੌਰ ਉੱਪਲ ਜੋ ਕਿ ਇੱਕ ਘੱਟ ਜ਼ਮੀਨ ਵਾਲੇ ਕਿਸਾਨ ਦੀ ਧੀ, ਕਿਸਾਨ ਦੀ ਡੈਥ ਹੋ ਚੁੱਕੀ ਹੈ ਤੇ ਉਹ ਧੀ ਨੂੰ ਇਸ ਘੜਮ ਚੌਧਰੀ ਨੇ ਸੋਚਿਆ ਵੀ ਉਹ ਕੱਲੀ ਆ ਤੇ ਮੈਂ ਉਸ ਨੂੰ ਕਹੂੰਗਾ ਵੀ ਤੂੰ ਮੇਰੇ ਨਾਲ ਸਰੀਰਕ ਸੰਬੰਧ ਬਣਾ, ਮੇਰੀਆਂ ਸ਼ਰਤਾਂ ਮੰਨ, ਮੇਰੇ ਨਾਲ ਵਿਆਹ ਕਰਾ। ਦੱਸ ਉਸ ਚੌਰੇ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਘੜਮ ਚੌਧਰੀਆ ਵੀ ਤੇਰੀ ਉਮਰ ਜਿਹੜੀ ਹੈ ਉਹ ਹੁਣ ਤੂੰ ਰਿਟਾਇਰਮੈਂਟ ਦੇ ਲਾਗੇ ਆ ਤੇ ਤੇਰੇ ਪੋਤੀਆਂ ਦੇ ਹਾਣ ਦੀ ਉਹ ਧੀ ਆ ਔਰ ਤੇਰੀ ਹੀ ਕਮਿਊਨਿਟੀ ਦੀ ਆ ਤੇ ਤੂੰ ਉਸ ਨੂੰ ਸਰੀਰਕ ਸੰਬੰਧ ਬਣਾਉਣ ਵਾਸਤੇ ਕਹਿ ਰਿਹਾ। ਉਸ ਧੀ ਨੂੰ ਇੰਨਾ ਕੁ ਪਰੇਸ਼ਾਨ ਕੀਤਾ ਜਾ ਰਿਹਾ ਆ ਪਿਛਲੇ 1-2 ਦਿਨਾਂ ਤੋਂ ਉਹਦਾ ਮਸਲਾ ਬਹੁਤ ਵਾਇਰਲ ਹੋ ਰਿਹਾ। ਜਦੋਂ ਮੁਕਤਸਰ ਦੇ ਕਿਸਾਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ ਅੱਜ ਕੱਲ੍ਹ ਵਾਇਰਸ ਆਏ ਆ ਪੰਜਾਬ 'ਚ ਤੇ 3-3 ਫੁੱਟ ਦੀਆਂ ਕਿਰਪਾਨਾਂ ਚੁੱਕੀ ਫਿਰਦੇ ਆ ਤੇ ਉਹ ਹਰ ਧਰਮ ਦੇ ਲੋਕਾਂ ਨੂੰ ਵੱਢਣ ਵਢਾਉਣ ਦੀ ਗੱਲ ਕਰਦੇ ਆ ਤੇ ਉਹ ਧਰਮ ਜਿਹੜਾ ਕੰਮ ਉਹਨਾਂ ਦਾ ਅਸਲ ਕੰਮ ਸੀ ਧੀਆਂ ਭੈਣਾਂ ਦੀ ਇੱਜ਼ਤ ਬਚਾਉਣਾ ਤੇ ਉਹ ਤੇ ਆਹ ਕੰਮ ਕਰਨ ਦੇ ਆ, ਧਰਮਾਂ ਨੂੰ ਨਿੰਦ ਰਹੇ ਵੀ ਤੁਸੀਂ ਉਹਨਾਂ ਨੂੰ ਨਹੀਂ ਫੋਨ ਕੀਤਾ। ਉਹਨਾਂ ਨੇ ਜਿਹੜੇ ਕਿਸਾਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਜੀ ਸਾਨੂੰ ਇਹਨਾਂ ਦੇ ਉੱਤੇ ਭਰੋਸਾ ਨਹੀਂ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਆਏ ਆ ਤੇ ਮਜ਼ਲੂਮਾਂ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਜਿਹੜੀ ਹੈ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਜੀ ਤੁਸੀਂ ਸ਼ੁਰੂਆਤ ਕੀਤੀ ਹੈ ਮਹਾਂਪੁਰਸ਼ਾਂ ਦੀ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ। ਇਹ ਸ਼ਬਦ ਉਹਨਾਂ ਕਿਸਾਨ ਵੀਰਾਂ ਦੇ ਜਿਨ੍ਹਾਂ ਨੇ ਮੈਨੂੰ ਇਸ ਭੈਣ ਦੀ ਮਦਦ ਕਰਨ ਦੇ ਲਈ ਗੱਲ ਕੀਤੀ ਸੀ। ਸੋ ਮੈਂ ਕਿਹਾ ਵੀ ਤੁਸੀਂ ਸਾਡੇ ਤੇ ਕਿਉਂ ਭਰੋਸਾ ਕਰ ਰਹੇ ਹੋ? ਕਹਿੰਦੇ ਜੀ ਗੁਰੂ ਕਲਗੀਧਰ ਪਿਤਾ ਨੇ ਤੁਹਾਡੇ ਤੇ ਭਰੋਸਾ ਕੀਤਾ, ਤੁਸੀਂ ਉਹਨਾਂ ਦਾ ਸਾਥ ਦਿੱਤਾ, ਤੁਹਾਨੂੰ ਰੰਘਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ। ਸਾਨੂੰ ਤੁਹਾਡੇ ਤੇ ਜ਼ਿਆਦਾ ਭਰੋਸਾ ਆ ਵੀ ਤੁਸੀਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਂਦੇ ਜੇ ਔਰ ਬਚਾਉਣ ਤੋਂ ਬਾਅਦ ਮਿਹਣੇ ਨਹੀਂ ਮਾਰਦੇ। ਸਾਥੀਓ ਇੱਥੇ ਮੈਂ ਤੁਹਾਡੇ ਧਿਆਨ 'ਚ ਇੱਕ ਗੱਲ ਹੋਰ ਲਿਆ ਦੇਣਾ ਚਾਹੁੰਦਾ ਆ। ਵਿਸ਼ਾਲ ਨਾਥ ਜੀ ਇੱਕ ਸ਼ਿਮਲਾ ਤੋਂ ਸਾਡੇ ਸਨਾਤਨੀ ਹਿੰਦੂ ਭਰਾ ਨੇ, ਉਹਨਾਂ ਨੇ ਵੀ ਮਜ਼੍ਹਬੀ ਸਿੱਖਾਂ ਦੀ ਰੰਘਰੇਟਿਆਂ ਦੀ ਤਾਰੀਫ ਕਰਦੇ ਹੋਏ ਦੱਸਿਆ ਕਿ ਅਸਲ ਜਿਹੜੀ ਹੈ ਧੀਆਂ ਭੈਣਾਂ ਦੀਆਂ ਇੱਜ਼ਤਾਂ ਅਗਰ ਮੰਨ ਲਓ ਗਜਨੀ ਦੇ ਬਾਜ਼ਾਰਾਂ 'ਚੋਂ ਬਚਾਉਂਦੇ ਵੀ ਰਹੇ ਨੇ, ਉਹ ਅਸਲ ਖਾਲਸੇ ਜਿਹੜੇ ਸੀ ਉਹ ਮਜ਼੍ਹਬੀ ਸਿੱਖ, ਮਜ਼੍ਹਬੀ ਕੋਈ ਜਾਤ ਨਹੀਂ ਆ, ਮਜ਼੍ਹਬੀ ਸਿੱਖ ਰੰਘਰੇਟੇ ਗੁਰੂ ਕੇ ਬੇਟੇ ਸਨ। ਉਹ ਧੀਆਂ ਨੂੰ ਛੁਡਾ ਕੇ ਲਿਆਉਂਦੇ ਸਨ ਪਰ ਉਹਨਾਂ ਨੇ ਜ਼ਿੰਦਗੀ 'ਚ ਕਦੀ ਮਿਹਣਾ ਨਹੀਂ ਮਾਰਿਆ ਸੀਗਾ ਵੀ ਅਸੀਂ ਫਲਾਣੇ ਧਰਮ ਦੀਆਂ ਧੀਆਂ ਨੂੰ ਬਚਾ ਕੇ ਲਿਆਉਂਦੇ ਰਹੇ ਹਾਂ, ਫਲਾਣੇ ਨੂੰ ਬਚਾ ਕੇ ਲਿਆਉਂਦੇ ਰਹੇ ਹਾਂ। ਤੇ ਇਸ ਗੱਲ ਦਾ ਸਾਨੂੰ ਬੜਾ ਫਖਰ ਹੈ
कि कलगीधर पिता ने भी रंगरेटे गुरु के बेटे कह के बाबा जीवन सिंह जी, बाबा भीर सिंह जी, बाबा धीर सिंह जी ते रंगरेटिਆਂ ਦੇ ਉੱਤੇ ਭਰੋਸਾ ਕੀਤਾ ਤੇ ਆਪਣੇ ਨਾਲ ਰੱਖੇ ਸੀ, ਕਿਉਂਕਿ ਇਹ ਕਦੀ ਪਿੱਠ ਦਿਖਾ ਕੇ ਭੱਜੇ ਨਹੀਂ ਸੀ। ਤੇ ਇਸੇ ਤਰ੍ਹਾਂ ਉਹਨਾਂ ਕਿਸਾਨ ਵੀਰਾਂ ਨੇ ਦੱਸਿਆ ਵੀ ਸਾਨੂੰ ਉਹਨਾਂ ਦੇ ਉੱਤੇ ਜਿਹੜੇ ਪੰਜਾਬ ਦੇ ਵਿੱਚ ਨਵੇਂ ਵਾਇਰਸ ਉਤਪੰਨ ਹੋਏ ਨੇ ਪੰਜਾਬ ਨੂੰ ਬਿਮਾਰ ਕਰਨ ਦੇ ਲਈ, ਸਾਨੂੰ ਉਹਨਾਂ ਤੇ ਨਹੀਂ ਭਰੋਸਾ, ਕਿਉਂਕਿ ਉਹ ਕਿਸੇ ਛੜਯੰਤਰ ਦੇ ਤਹਿਤ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ। ਸਾਨੂੰ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਦੇ ਭਰੋਸਾ ਆ ਕਿ ਇਹ ਧੀਆਂ ਭੈਣਾਂ ਨੂੰ ਇਨਸਾਫ ਦਵਾ ਰਹੀ ਆ, ਕਿਉਂਕਿ ਸਾਡੇ ਕੋਲ ਸੈਂਕੜੋਂ ਮਾਮਲੇ ਆ ਰਹੇ ਨੇ ਔਰ ਡੇਲੀ 5-10 ਮਾਮਲੇ ਆ ਰਹੇ ਨੇ। ਸੂਬਾ ਪ੍ਰਧਾਨ ਜੀ ਦੇ ਕੋਲ ਸੂਬਾ ਸਕੱਤਰ ਜੀ ਮੁਕਤਸਰ ਤੋਂ ਨੇ, ਸੂਬਾ ਸਕੱਤਰ ਜੀ ਗੁਰਦੇਵ ਸਿੰਘ ਜੀ ਮੋਗਾ ਤੋਂ ਨੇ, ਸੂਬਾ ਸਕੱਤਰ ਜਸਵੀਰ ਸਿੰਘ ਜੀ ਮੁਕਤਸਰ ਤੋਂ ਨੇ ਔਰ ਸਾਡੇ ਸੂਬਾ ਪ੍ਰਧਾਨ ਜਿਹੜੇ ਨੇ ਉਹਨਾਂ ਦੇ ਕੋਲ ਵੀ ਮਸਲੇ ਆ ਰਹੇ ਆ, ਸਾਡੇ ਕੋਲ ਵੀ ਆ ਰਹੇ ਆ। ਅਸੀਂ ਹੌਲੀ ਹੌਲੀ ਉਹਨਾਂ ਨੂੰ ਹੱਲ ਵੀ ਕਰ ਰਹੇ ਆ। ਤੇ ਮੁਕਤਸਰ ਦੇ ਉਹਨਾਂ ਬੇਜ਼ਮੀਨੇ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਨੇ ਆਪਣੇ ਰੰਗਰੇਟੇ ਗੁਰੂ ਕੇ ਬੇਟੇ ਭਰਾਵਾਂ ਦੇ ਉੱਤੇ ਭਰੋਸਾ ਕੀਤਾ ਵੀ ਜਿਨ੍ਹਾਂ ਦੇ ਉੱਤੇ ਕਲਗੀਧਰ ਪਿਤਾ ਨੇ ਭਰੋਸਾ ਕੀਤਾ ਸੀਗਾ। ਤੇ ਉਹਨਾਂ ਕਿਸਾਨ ਵੀਰਾਂ ਨੇ ਦੱਸਿਆ ਵੀ ਵੀਰ ਜੀ ਆਹ ਭੈਣ ਦਾ ਮਸਲਾ ਹੱਲ ਕਰੋ। ਤੇ ਉਹ ਮਸਲਾ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਭੈਣ ਨੂੰ ਕਹੋ ਵੀ ਸਾਡੇ ਨਾਲ ਉਹ ਸੰਪਰਕ ਕਰੇ ਜਾਂ ਸਾਨੂੰ ਭੈਣ ਦਾ ਕੋਈ ਨੰਬਰ ਦੇ ਦਿਓ। ਤੇ ਚਲੋ ਮੈਂ ਥੋੜਾ ਜਿਹਾ ਬਿਜ਼ੀ ਸੀਗਾ, ਲੇਕਿਨ ਮੈਂ ਆਪਣੇ ਸੂਬਾ ਪ੍ਰਧਾਨ ਜੀ ਦਾ ਨੰਬਰ ਦੇ ਦਿੱਤਾ ਤੇ ਮੈਂ ਮੋਗਾ ਤੋਂ ਸਰਦਾਰ ਗੁਰਦੇਵ ਸਿੰਘ ਜੀ ਸਰਪੰਚ ਹਨ ਜੋ ਸੂਬਾ ਸਕੱਤਰ ਹਨ ਸਟੇਟ ਬੋਡੀ ਦੇ, ਔਰ ਇਸੇ ਤਰ੍ਹਾਂ ਮੁਕਤਸਰ ਦੇ ਜਸਵੀਰ ਸਿੰਘ ਜੀ ਜੋ ਸੂਬਾ ਸਕੱਤਰ ਹਨ ਪੰਜਾਬ ਦੇ ਸੈਕਟਰੀ ਹਨ, ਉਹਨਾਂ ਦਾ ਨੰਬਰ ਦੇ ਦਿੱਤਾ। ਉਸ ਭੈਣ ਨੇ ਫਿਰ ਮੋਗਾ ਦੇ ਸਰਦਾਰ ਗੁਰਦੇਵ ਸਿੰਘ ਜੀ ਸਰਪੰਚ ਜੋ ਮਜ਼ਲੂਮਾਂ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਦੇ ਸੂਬਾ ਸਕੱਤਰ ਹਨ, ਜਦੋਂ ਭੈਣ ਨੇ ਉਹਨਾਂ ਨਾਲ ਸੰਪਰਕ ਕੀਤਾ ਕਿ ਮੈਨੂੰ ਇਨਸਾਫ ਦਿਵਾਓ, ਤੇ ਉਹ ਮਾਮਲਾ ਜਿੱਦਾਂ ਹੀ ਸਾਡੇ ਸਟੇਟ ਪ੍ਰੈਜ਼ੀਡੈਂਟ ਸੂਬਾ ਪ੍ਰਧਾਨ ਜੀ ਦੇ ਧਿਆਨ ਚ ਆਉਂਦਾ ਆ, ਸਾਡੇ ਧਿਆਨ ਚ ਆਉਂਦਾ ਆ, ਅਸੀਂ ਵਾਅਦਾ ਕੀਤਾ ਸਾਰੀ ਟੀਮ ਨੇ ਉਸ ਭੈਣ ਦੇ ਨਾਲ ਕਿ ਭੈਣੇ ਜੇ ਤੂੰ ਸਾਨੂੰ ਭਰਾ ਸਮਝ ਕੇ, ਭਰਾ ਅਸੀਂ ਤੇਰੇ ਭਰਾ ਆ ਸਮਝਣ ਦੀ ਗੱਲ ਛੱਡੋ, ਤੂੰ ਸਾਡੀ ਭੈਣ ਆ, ਕਿਸਾਨਾਂ ਦੀਆਂ ਧੀਆਂ ਜੱਟਾਂ ਦੀਆਂ ਧੀਆਂ ਸਾਡੀਆਂ ਭੈਣਾਂ ਨੇ। ਅਸੀਂ ਤੱਤੀ ਵਾਹ ਨਹੀਂ ਲੱਗਣ ਦਿੰਦੇ ਤੈਨੂੰ ਤੇ ਤੱਤੀ ਵਾਹ ਨਹੀਂ ਲੱਗਣ ਦਿੰਦੇ ਤੇਰੀ ਜ਼ਮੀਨ ਨੂੰ। ਉਹ ਜਿਹੜਾ ਜੇਲ੍ਹ ਦੇ ਵਿੱਚ ਕੰਮ ਕਰਦਾ ਆ ਕੜਮ ਚੌਧਰੀ, ਉਹਨੂੰ ਉਸੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਅਸੀਂ ਪਹੁੰਚਾਵਾਂਗੇ। ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਯੋਧੇ ਉਹ ਪਹੁੰਚਾਉਣਗੇ। ਸੋ ਮਾਮਲਾ ਮਾੜਾ ਜਿਹਾ ਤੁਹਾਡੇ ਧਿਆਨ ਦੇ ਵਿੱਚ ਮੈਂ ਥੋੜਾ ਜਿਹਾ ਲਿਆ ਦੇਵਾਂ। ਹੁਣੀ ਇੱਕ ਨਿੱਜੀ ਚੈਨਲ ਦੇ ਉੱਤੇ ਉਹ ਭੈਣ ਦੀ ਮੈਂ ਇੰਟਰਵਿਊ ਦੇਖ ਰਿਹਾ ਆ। ਨੈਟ ਦੇ ਇਹ ਮੁਲਾਜ਼ਮ ਆ ਉਹਨਾਂ ਬੰਦਿਆਂ ਦੀ ਜਾ ਕੇ ਸਪੋਰਟ ਕਰਦਾ ਜਿਹੜਾ ਗੋਰਖਵਾਲ ਸਿੰਘ ਕਲਰਖੇੜਾ, ਕੁਛ ਮੁੰਡੇ ਵਿੱਚ ਹੋਰ ਮੌਜੂਦ, ਇੱਕ ਮੁੰਡਾ ਹੈਗਾ ਤੂਤਾਂ ਤੋਂ ਜਿਹਦਾ ਨਾਂ ਹੈਗਾ ਸੁਖਚੈਨ ਸਿੰਘ, ਪਿਓ ਦਾ ਨਾਂ ਹੈਗਾ ਮੇਜਰ ਸਿੰਘ। ਇਹ ਕਾਫੀ ਗਰੁੱਪ ਬਣਾ ਕੇ ਮੈਨੂੰ ਅਲੱਗ-ਅਲੱਗ ਨੰਬਰਾਂ ਤੋਂ ਪਹਿਲਾਂ 18/10/2020 ਤੋਂ ਨੈਟ ਦੇ ਨੰਬਰਾਂ ਤੋਂ ਕਾਲਾਂ ਸ਼ੁਰੂ ਕਰ ਦਿੰਦੇ ਆ, ਜਿਹਦੀ ਮੈਂ ਕੰਪਲੇਂਟ ਵੀ ਕੀਤੀ ਆ। ਹੁਣ ਕੰਪਲੇਂਟ ਦੇ ਦੌਰਾਨ ਨੈਟ ਦੇ ਨੰਬਰ ਇਹ ਟਰੇਸ ਨਹੀਂ ਹੁੰਦੇ, ਠੀਕ ਆ। ਮੁਲਾਜ਼ਮਾਂ ਨੂੰ ਬਹੁਤ ਵਾਰੀ ਰਿਕੁਐਸਟ ਕੀਤੀ ਹੈ ਜੀ ਮੈਨੂੰ ਨਜਾਇਜ਼ ਪਰੇਸ਼ਾਨ ਕੀਤਾ ਜਾਂਦਾ, ਨਜਾਇਜ਼ ਘਟੀਆ ਭਾਸ਼ਾ ਵਰਤੀ ਜਾਂਦੀ ਹੈ ਤੇ ਮੈਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਤੈਨੂੰ ਚੁਕਾ ਦਿਆਂਗੇ, ਤੇਰਾ ਬਲਾਤਕਾਰ ਕਰਾ ਦਿਆਂਗੇ, ਐਂ ਕਰਾ ਦਿਆਂਗੇ, ਜਿਉਂ ਕਰਾ ਦਿਆਂਗੇ, ਤੇਰੇ ਪਰਿਵਾਰ ਨੂੰ ਕੁਛ ਕਰ ਦਿਆਂਗੇ। ਚਲੋ ਹੁੰਦੀ ਗੱਲ ਜਦੋਂ ਮੁਲਾਜ਼ਮਾਂ ਨੇ ਮੇਰੀ ਨਹੀਂ ਕਾਰਵਾਈ ਕੀਤੀ, ਇਹਨਾਂ ਬੰਦਿਆਂ ਨੇ ਆਪਦੇ ਨੰਬਰਾਂ ਤੋਂ ਮੈਨੂੰ ਫੋਨ ਮੈਸੇਜ ਕਰਨੇ ਸ਼ੁਰੂ ਕਰਤੇ, ਪਰਸਨਲ ਨੰਬਰਾਂ ਤੋਂ। ਹਾਂਜੀ, ਆਪਦੇ ਨਿੱਜੀ ਨੰਬਰਾਂ ਤੋਂ, ਜਿਨ੍ਹਾਂ ਦੇ ਬਕਾਇਦਾ ਇਹਨਾਂ ਦਾ ਐਡਰੈਸ ਡਾਟਾ ਜਿਹੜਾ ਉਹ ਸ਼ੋਅ ਕਰਦਾ ਕਰਾਉਂਦਾ। ਇਹ ਬੰਦਾ ਅਗਸਤ ਪਿਛਲੇ ਸਾਲ ਆਪਣੇ ਘਰੇ ਆਉਂਦਾ, ਕੋਰਟ ਦਾ ਮੁਲਾਜ਼ਮ ਬਣ ਕੇ। ਆਪਣੇ ਕੋਲ ਫੋਟੋ ਵੀ ਹੈ ਜਿਹਦੇ ਐਕਟਿਵਾ ਤੇ ਆਉਂਦਾ। ਆ ਤੁਸੀਂ ਫੋਟੋਆਂ ਵੇਖ ਸਕਦੇ ਹੋ, ਇਹ ਕੱਲਾ ਫੋਨ ਮੈਸੇਜ ਨਹੀਂ, ਇਸ ਗੁੜੀਆ ਦੇ ਵਿਚਾਰੀ ਦੇ ਘਰ ਤੱਕ ਪਹੁੰਚਿਆ। ਹਾਂਜੀ, ਆ ਤੁਸੀਂ ਐਕਟਿਵਾ ਵੇਖ, ਆ ਐਕਟਿਵਾ ਜੀ ਇਹਦੀ। ਐਕਟਿਵਾ ਦੇ ਉੱਤੇ ਅੰਮ੍ਰਿਤਸਰ ਦਾ ਸਾਨੂੰ ਇੱਥੋਂ 4 ਤੋਂ 4.5 ਘੰਟੇ ਦਾ ਰਸਤਾ ਜਿਹੜਾ ਤੈਅ ਕਰਕੇ ਇਹ ਬੰਦਾ ਐਕਟਿਵਾ ਤੇ ਆਪਣੇ ਘਰ ਤੱਕ ਪਹੁੰਚਦਾ। ਆ ਇਹਦਾ ਐਕਟਿਵਾ ਦਾ ਨੰਬਰ ਆ। ਇਹ ਨਹੀਂ ਆਪਾਂ ਜਿੰਨਾ ਪ੍ਰੂਫ ਦੇ ਤਹਿਤ ਗੱਲ ਕਰਨੀ ਆ, ਆਹ ਇਸ ਬੰਦੇ ਦਾ ਨੰਬਰ ਆ। ਹੋਂਡਾ ਵਾਲਿਆਂ ਦੀ ਇਹ ਮੋਟਰ ਗੱਡੀ ਆ। ਬਾਕੀ ਸਾਰਾ ਇਹਦਾ ਐਡਰੈਸ ਡਾਟਾ, ਬਾਕੀ ਜਿੱਥੇ ਇਹਨੂੰ ਪਤਾ ਨਾ ਵੀ ਇੱਥੇ ਮੈਂ ਲੋਕੇਸ਼ਨ ਤੇ ਟਰੇਸ ਹੋ ਜੂ, ਉੱਥੇ ਇਹਨੇ ਸਾਰੇ ਐਡਰੈਸਾਂ ਦੇ ਉੱਤੇ ਨਾ ਭਰਿਆ, ਭਾਵੇਂ ਇਹਦੇ ਮੋਬਾਈਲ ਨੰਬਰ ਆ ਵੀ ਮੈਂ ਟਰੇਸ ਨਾ ਹੋ ਜਾ ਕਿਤੇ ਨਾ ਕਿਤੇ। ਇਹ ਜਿੰਨੇ ਕੁ ਸਬੂਤ ਆ ਉਹਨੇ
ਸਬੂਤ ਆਪਾਂ ਆਪਦੀ ਮਿਹਨਤ ਦੇ ਨਾਲ ਇਕੱਠੇ ਆਹ ਕਿਹੜੀ ਗੱਡੀ ਦੀਆਂ ਫੋਟੋਆਂ ਭੈਣੇ? ਹਾਂਜੀ, ਇਹ ਮੁਲਾਜ਼ਮ ਆਪਾਂ ਨੂੰ ਧਮਕੀਆਂ ਦਿੰਦਾ ਜੀ। ਪਹਿਲਾਂ ਇਹ ਐਕਟਿਵਾ ਤੇ ਆਉਂਦਾ, ਜਦੋਂ ਐਕਟਿਵਾ ਤੇ ਆਉਂਦਾ ਨਾ ਜੀ, ਮੈਂ ਮੁਕਤਸਰ ਕੋਰਟ ਦਾ ਮੁਲਾਜ਼ਮ ਆ, ਮੈਂ ਤੁਹਾਡੀ ਇਨਕੁਆਇਰੀ ਕਰਨ ਆਇਆ। ਅਸੀਂ ਆਖਿਆ ਜੀ ਕਿਸ ਚੀਜ਼ ਦੀ? ਕਹਿੰਦਾ ਮੈਂ ਤੁਹਾਡੀ ਇਨਕੁਆਇਰੀ ਕਰਨ ਆਇਆ, ਮੇਰੀ ਐਸਐਸਪੀ ਦਫ਼ਤਰ 'ਚ ਵੀ ਸੂਤ ਆ, ਮੈਨੂੰ ਮੁਲਾਜ਼ਮਾਂ ਨੇ ਭੇਜਿਆ। ਠੀਕ ਆ, ਤੇ ਜਦੋਂ ਅਸੀਂ ਕਿਹਾ ਜੀ ਸਾਨੂੰ ਸੰਮਣ ਦੇ ਦਿਓ, ਜੇ ਤੁਸੀਂ ਕੋਰਟ ਵੱਲੋਂ ਆਏ ਆ ਤਾਂ ਅਸੀਂ ਪੇਸ਼ ਹੋ ਜਾਾਂਗੇ, ਤੇ ਸਾਨੂੰ ਦੱਸ ਦਿਓ ਕਿਸ ਚੀਜ਼ ਦੀ ਇਨਕੁਆਇਰੀ ਆ। ਤੇ ਇਹ ਬੰਦਾ ਵਾਪਸ ਚਲਿਆ ਜਾਂਦਾ, ਇਹਨੂੰ ਪਤਾ ਲੱਗ ਜਾਂਦਾ ਵੀ ਮੇਰੇ ਤੇ ਇਹਨਾਂ ਨੇ ਸ਼ੱਕ ਕਰ ਲਿਆ। ਦੂਜੇ ਦਿਨ 11 ਕੁ ਵਜੇ ਇਹ ਫੇਰ ਆਉਂਦਾ, ਇਸੇ ਐਕਟਿਵਾ ਤੇ ਆਉਂਦਾ। ਠੀਕ ਆ, ਕਹਿੰਦਾ ਮੈਂ ਜੀ ਤੁਹਾਨੂੰ ਕੱਲ ਮੈਸੇਜ ਲਾਇਆ ਸੀਗਾ ਤੇ ਤੁਸੀਂ ਮੇਰੇ ਨਾਲ ਚੱਲੋ ਆਖੇ ਕੋਰਟ ਦੇ ਵਿੱਚ, ਤੇ ਮੁਕਤਸਰ ਐਸਐਸਪੀ ਦੇ ਤੁਹਾਨੂੰ ਮੈਂ ਪੇਸ਼ ਕਰਾਉਣਾ। ਠੀਕ ਆ, ਮੈਂ ਸਿੱਧੀ ਗੱਲ ਕਹੀ, ਮੈਂ ਕਿਹਾ ਅੰਕਲ ਜੀ ਨਾ ਅੱਜ ਨਾ ਕੱਲ ਅਸੀਂ ਤਾਂ ਨਹੀਂ ਤੁਰਨਾ ਤੁਹਾਡੇ ਨਾਲ 1 ਕਿਲੋਮੀਟਰ ਵੀ। ਤੁਸੀਂ ਬਗਾਨੇ ਬੰਦੇ ਨਾ ਸਾਡੀ ਜਾਣ ਪਛਾਣ ਆ, ਤੇ ਨਾ ਸਾਡੀ ਤੁਸੀਂ ਇਨਕੁਆਇਰੀ ਕਰਕੇ ਇਸ ਲਈ ਰਹੀ ਆ। ਠੀਕ ਆ, ਜੇ ਸਾਨੂੰ ਕੋਈ ਸੰਮਣ ਆਊ ਬਕਾਇਦਾ ਸਰਕਾਰ ਵੱਲੋਂ ਆਊਗਾ ਤਾਂ ਅਸੀਂ ਜਾ ਕੇ ਆਪਦੀ ਪੈਰਵਾਈ ਕਰਵਾਵਾਂਗੇ। ਠੀਕ ਆ, ਤੇ ਕਹਿੰਦਾ ਵੀ ਮੇਰੀ ਡਿਊਟੀ ਉਦਾਂ ਤਾਂ ਹੈਗੀ ਆ ਪਟਿਆਲਾ ਸੀਐਮ ਹਾਊਸ ਦੇ ਵਿੱਚ, ਜਿਹੜੀ ਇਸ ਬੰਦੇ ਨੇ ਉਦੋਂ ਗੱਲ ਦੱਸੀ ਹੈ। ਠੀਕ ਆ, ਤੇ ਮੈਂ ਇਹਨੂੰ ਸਾਫ਼ ਕਿਹਾ, ਮੈਂ ਕਿਹਾ ਅੰਕਲ ਜੀ ਸਾਨੂੰ ਤੁਸੀਂ ਇੱਜ਼ਤ ਪੱਖੋਂ ਬੰਦੇ ਨਹੀਂ ਠੀਕ ਲੱਗਦੇ। ਠੀਕ ਆ, ਅੱਜ ਤੋਂ ਬਾਅਦ ਤੁਸੀਂ ਸਾਡੇ ਘਰੇ ਨਹੀਂ ਆਉਣੇ ਚਾਹੀਦੇ, ਤੁਹਾਡੀ ਇੱਜ਼ਤ ਤੁਹਾਡੇ ਕੋਲੇ ਰਵੇ, ਸਾਡੀ ਸਾਡੇ ਕੋਲੇ ਰਵੇ, ਸਾਨੂੰ ਨਜਾਇਜ਼ ਪਰੇਸ਼ਾਨ ਨਾ ਕਰੋ। ਸੋ ਸਾਥੀਓ, ਇਹ ਵਿਅਕਤੀ ਤੁਸੀਂ ਭੈਣ ਹਰਜਿੰਦਰ ਕੌਰ ਉੱਪਲ ਦੀ ਤੁਸੀਂ ਸਾਰੀ ਕਹਾਣੀ ਜਿਹੜੀ ਆ ਸੁਣੀ ਹੈ। ਸ਼ਾਇਦ ਤੁਹਾਡੇ ਤੱਕ ਵੀਡੀਓ ਪਹੁੰਚ ਵੀ ਗਈ ਹੋਣੀ ਆ, ਕਾਫੀ ਵਾਇਰਲ ਹੋ ਰਹੀ ਆ। ਸੋ ਸਾਥੀਓ, ਮੈਂ ਤੁਹਾਨੂੰ ਮਾੜਾ ਜਿਹਾ ਹਿੰਟ ਦੱਸਣਾ ਚਾਹੁੰਦਾ ਸੀਗਾ। ਤੇ ਇਸ ਭੈਣ ਨੇ ਜਦੋਂ ਮਜਲੂਮਾ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਦੇ ਸੂਬਾ ਸਕੱਤਰ ਸਰਦਾਰ ਗੁਰਦੇਵ ਸਿੰਘ ਸਰਪੰਚ ਜੀ ਜੋ ਮੋਗਾ ਤੋਂ ਹਨ, ਉਹਨਾਂ ਨਾਲ ਸੰਪਰਕ ਕੀਤਾ। ਉਹਨਾਂ ਨੇ ਪੂਰੀ ਟੀਮ ਦੇ ਧਿਆਨ ਦੇ ਵਿੱਚ ਲਿਆਂਦੀ ਗੱਲ, ਤੇ ਅਸੀਂ ਸਰਪੰਚ ਸਾਹਿਬ ਦਾ ਸਰਦਾਰ ਗੁਰਦੇਵ ਸਿੰਘ ਜੀ ਜੋ ਸੂਬਾ ਸਕੱਤਰ ਹਨ, ਉਹਨਾਂ ਬੱਬਰ ਸ਼ੇਰ ਯੋਧਿਆਂ ਦਾ ਵੀ ਧੰਨਵਾਦ ਕਰਦੇ ਆ, ਸੂਬਾ ਪ੍ਰਧਾਨ ਜੀ ਦਾ ਤੇ ਸੂਬਾ ਸਕੱਤਰ ਜਸਵੀਰ ਸਿੰਘ ਜੀ ਜੋ ਮੁਕਤਸਰ ਤੋਂ ਨੇ। ਉਹਨਾਂ ਨੇ ਕਿਹਾ ਜੀ ਬਿਲਕੁਲ ਅਸੀਂ ਭੈਣ ਦੀ ਮਦਦ ਕਰਾਂਗੇ। ਤੇ ਅਸੀਂ ਜਿਹੜੇ ਉਹ ਕਿਸਾਨ ਵੀਰਾਂ ਨੇ ਮੈਨੂੰ ਫੋਨ ਕੀਤਾ ਸੀ ਮੁਕਤਸਰ ਤੋਂ, ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਤੇ ਭਰੋਸਾ ਕਰ ਰਹੇ ਹੋ, ਪਰ ਇਸ ਟਾਈਮ ਤੇ ਪੰਜਾਬ ਦੇ ਵਿੱਚ ਬੜੀ ਚਰਚਾ ਦੇ ਵਿੱਚ ਚੱਲਦੀ ਪਈ ਆ ਵਾਇਰਸ ਪੰਜਾਬ ਦੇ, ਜਿੱਦਾਂ ਕਰੋਨਾ ਵਾਇਰਸ ਸੀ ਨਾ, ਉੱਦਾਂ ਇੱਕ ਨਵੇਂ ਵਾਇਰਸ ਉਤਪੰਨ ਹੋਏ ਆ, ਜਿਨ੍ਹਾਂ ਨੇ 84 ਚ ਵੀ ਇਦਾਂ ਦੇ ਵਾਇਰਸਾਂ ਨੇ ਬਹੁਤ ਦੁਨੀਆ ਦਾ ਨੁਕਸਾਨ ਕੀਤਾ ਸੀ, ਤੇ ਹੁਣ ਦੁਬਾਰਾ ਫਿਰ ਇਹ ਵਾਇਰਸ ਉਤਪੰਨ ਹੋਏ ਆ, ਜਿਹੜੇ ਦੁਬਾਰਾ ਫਿਰ ਪੰਜਾਬ ਦਾ ਨੁਕਸਾਨ ਕਰਨ ਜਾ ਰਹੇ ਸੀਗੇ। ਵੀ ਤੁਸੀਂ ਉਹਨਾਂ ਨਾਲ ਕਿਉਂ ਨਹੀਂ ਸੰਪਰਕ ਕੀਤਾ? ਉਹ ਕਹਿੰਦੇ ਜੀ ਉਹਨਾਂ ਦਾ ਟੀਚਾ, ਉਹਨਾਂ ਦਾ ਲਕਸ਼ ਕੁਝ ਹੋ ਰਿਹਾ, ਉਹ ਲਾਈਵਲਾਈਟ 'ਚ ਆ, ਉਹ ਕਿਰਪਾਨਾਂ ਫੜ ਕੇ ਉਹ ਧੀਆਂ ਭੈਣਾਂ ਦੀਆਂ ਇੱਜ਼ਤਾਂ ਵਾਸਤੇ ਨਹੀਂ, ਉਹ ਸਿਰਫ ਇੱਕ ਬਿਜ਼ਨਸ ਕਰਨ ਆਏ ਆ, ਉਹ ਕਿਸੇ ਦੀ ਸ਼ਹਿ ਤੇ ਆਏ ਨੇ, ਉਹ ਸਿਰਫ ਜ਼ਮੀਨਾਂ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਜਿਹੜੀਆਂ ਨੇ ਸਰਕਾਰੀ ਜ਼ਮੀਨਾਂ ਜਿਹੜੀਆਂ ਛਡਾ ਰਹੀਆਂ ਸੀ, 1,57,000 ਸਰਕਾਰੀ ਜ਼ਮੀਨ ਜਿਹੜੀ ਆ ਉਹ ਜਿਹੜੀ ਦੱਬੀ ਹੋਈ ਆ ਘੜਾਨ ਚੌਧਰੀਆਂ ਨੇ, ਉਹ ਉਸ ਜ਼ਮੀਨਾਂ ਨੂੰ ਸਰਕਾਰਾਂ ਨਾ ਛਡਾਉਣ, ਇਸ ਕਰਕੇ ਸਰਕਾਰਾਂ ਨੂੰ ਬਦਨਾਮ ਕਰਕੇ ਔਰ ਸਰਕਾਰਾਂ ਨੂੰ ਬਦਨਾਮ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਦਰਅਸਲ ਉਹ ਜ਼ਮੀਨਾਂ ਜਿਹੜੀਆਂ ਨੇ ਉਹ ਛੱਡਣਾ ਨਹੀਂ ਚਾਹੁੰਦੇ। ਇਹਦੇ ਕਰਕੇ ਪੰਜਾਬ ਦਾ ਨਾਮ ਬਦਲ ਰਹੇ ਆ। ਸਾਨੂੰ ਇਸ ਗੱਲ ਦਾ ਪਤਾ, ਇਹ ਸਾਨੂੰ ਮੁਕਤਸਰ ਦੇ ਉਹ ਕਿਸਾਨ ਭਰਾਵਾਂ ਨੇ ਸਾਨੂੰ ਇਹ ਗੱਲ ਦੱਸੀ ਆ ਵੀ ਸਾਨੂੰ ਉਹਨਾਂ ਤੋਂ ਕੋਈ ਉਮੀਦ ਨਹੀਂ ਆ, ਸਾਨੂੰ ਤੁਹਾਡੇ ਤੋਂ ਉਮੀਦ ਆ ਵੀ ਤੁਸੀਂ ਮਸਲੇ ਹੱਲ ਕਰਾ ਰਹੇ ਆ। ਸੋ ਸਾਥੀਓ, ਧੰਨਵਾਦ ਉਹਨਾਂ ਕਿਸਾਨ ਭਰਾਵਾਂ ਦਾ। ਉਹਨਾਂ ਮੇਰੇ ਮੈਂ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਬਾਰ-ਬਾਰ ਮੈਂ ਪਹਿਲਾਂ ਵੀ ਕਹਿ ਦਿੱਤਾ ਆ ਵੀ ਮੈਂ ਜੱਟ ਸ਼ਬਦ ਜਿਹੜਾ ਬੋਲਣਾ ਨਹੀਂ ਚਾਹੁੰਦਾ। ਇਹ ਇੱਕ ਗਾਲ ਆ, ਵਿਪਰ ਦੁਆਰਾ ਦਿੱਤੀ ਗਈ ਗਾਲ ਹੈ, ਜਿਹੜੀ ਜਾਤ ਆ ਉਹ ਗਾਲ ਆ। ਉਹਨਾਂ ਬੇਜ਼ਮੀਨੇ ਘੱਟ ਜ਼ਮੀਨਾਂ ਵਾਲੇ ਕਿਸਾਨ ਭਰਾਵਾਂ ਦਾ ਧੰਨਵਾਦ, ਜਿਨ੍ਹਾਂ ਨੇ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਦੀ ਵਿਚਾਰਧਾਰਾ ਸੋਚ ਨੂੰ ਮਤਲਬ ਉਹਦੇ ਤੇ ਭਰੋਸਾ ਕੀਤਾ ਤੇ ਇਸ ਧੀ ਨੂੰ ਸਾਡੀ ਜਥੇਬੰਦੀ ਦੇ ਨਾਲ ਸੰਪਰਕ ਕਰਨ ਦੀ ਗੱਲ ਕੀਤੀ। ਸਾਥੀਓ, ਅਸੀਂ ਵਾਅਦਾ ਕਰਦੇ ਹਾਂ, ਪੂਰੇ ਪੰਜਾਬ ਨਾਲ ਵਾਅਦਾ ਕਰਦੇ ਹਾਂ, ਪੰਜਾਬ ਦੇ ਵਿੱਚ ਰਹਿਣ ਵਾਲੇ ਹਰ ਪੰਜਾਬੀ ਬੱਬਰ ਸ਼ੇਰ ਨਾਲ ਵਾਅਦਾ ਕਰਦੇ ਆ ਵੀਰੋ, ਤੁਹਾਡਾ ਸਾਥ ਪਹਿਲਾਂ ਵੀ ਮਿਲਿਆ ਆ, ਤੁਹਾਡਾ ਸਾਥ ਹੁਣ ਵੀ ਚਾਹੀਦਾ। ਤੁਹਾਡੇ ਸਾਥ ਨਾਲ ਹੀ ਸਾਡੀ ਸਰਦਾਰੀ ਆ। ਮਜਲੂਮਾ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਇਸ ਭੈਣ ਨੂੰ ਇਨਸਾਫ ਦਿਵਾਊਗੀ ਤੇ ਜਲਦ ਹੀ ਉਹ ਘੜਮ ਚੌਧਰੀ ਜਿਹੜਾ ਜੇਲ੍ਹ ਦੇ ਵਿੱਚ ਡਿਊਟੀ ਕਰ ਰਿਹਾ ਆ, ਉਸੇ ਜੇਲ੍ਹ ਦੇ ਵਿੱਚ ਉਸ ਨੂੰ ਸਜ਼ਾ ਦਵਾਏਗੀ ਤੇ ਉਹ ਸਲਾਖਾਂ ਦੇ ਪਿੱਛੇ ਹੋਏਗਾ। ਸੋ ਸਾਥੀਓ, ਅਸੀਂ ਆਪਣੇ ਪੰਜਾਬ ਦੀਆਂ ਧੀਆਂ ਭੈਣਾਂ, ਪੰਜਾਬ ਦੀ ਜਵਾਨੀ, ਪੰਜਾਬ ਦੀਆਂ ਧੀਆਂ, ਪੰਜਾਬ ਦੇ ਮਜ਼ਦੂਰ ਔਰ ਇਸ ਦੇਸ਼ ਦੇ ਮਜ਼ਦੂਰ, ਅਸੀਂ ਇਸ ਦੇਸ਼ ਦੀ ਗੱਲ ਕਰਦੇ ਹਾਂ, ਅਸੀਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦੀ। ਚਲੋ ਪੰਜਾਬ 'ਚ ਰਹਿ ਰਹੇ ਹਾਂ, ਰਹਿ ਤੇ ਅਸੀਂ ਭਾਰਤ 'ਚ ਰਹੇ ਹਾਂ, ਲੇਕਿਨ ਫਿਰ ਵੀ ਪੰਜਾਬ ਦੇ ਮਸਲਾ ਜਿਹੜਾ ਆ ਉਹ ਅਸੀਂ ਪੰਜਾਬ ਦੇ ਮਸਲੇ ਦੇ ਉੱਤੇ ਹੀ ਗੱਲ ਕਰਾਂਗੇ। ਉੱਦਾਂ ਇਹ ਦੇਸ਼ ਜਿਹੜਾ ਆ ਪੂਰਾ, ਅਸੀਂ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੇ ਹਾਂ। ਸੋ ਸਾਥੀਓ, ਇਹ ਜਿਹੜਾ ਮਸਲਾ ਹੈ ਸਾਥੀਓ, ਇਹ ਮਸਲਾ ਯਕੀਨ ਮੰਨਿਓ
ਕਿ ਬੜਾ ਪੇਚੀਦਾ ਸੀਗਾ। ਧੀ ਬਹੁਤ ਪਰੇਸ਼ਾਨ ਆ, ਖੁਦ ਪਿਤਾ ਜੀ ਦੀ ਡੈਥ ਹੋ ਚੁੱਕੀ ਆ, 2 ਭਰਾ ਸੀਗੇ ਇਹਦੇ, ਉਹਨਾਂ ਦੀ ਵੀ ਡੈਥ ਹੋ ਚੁੱਕੀ ਆ। ਦੇਖੋ ਕੜਮ ਚੌਧਰੀ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਆਪਣੀ ਹੀ ਕਮਿਊਨਿਟੀ ਦੇ ਗਰੀਬ ਲੋਕਾਂ ਨੂੰ ਵੀ ਤੰਗ ਕਰਦੇ ਆ। ਤੇ ਕੁਝ ਮੈਂ ਐਕਚੁਅਲੀ ਆਪਣੀ ਭਾਸ਼ਾ ਇੰਟੈਲੈਕਚੁਅਲ ਰੱਖਣਾ ਚਾਹੁੰਦਾ ਆ, ਮੈਂ ਬੋਲਣਾ ਨਹੀਂ ਚਾਹੁੰਦਾ, ਪਰ ਕਮੈਂਟਾਂ ਦੇ ਵਿੱਚ ਨਾ ਕੁਝ ਵਾਇਰਸ ਇੱਥੇ ਆ ਜਾਂਦੇ ਆ, ਔਰ ਇੱਥੇ ਜਿਹੜੇ ਵਾਇਰਸ ਆ ਜਾਂਦੇ ਆ ਜਿਹੜੇ ਗਾਲ ਮੰਦਾ ਕੱਢਦੇ ਆ। ਐਕਚੁਅਲੀ ਮੈਂ ਬਾਰ-ਬਾਰ ਕਹਿਣਾ ਹੁੰਦਾ ਆ, ਮੇਰੇ ਪੰਜਾਬੀ ਭੈਣ ਭਰਾਓ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿਣ ਵਾਲਿਓ, ਇਹਨਾਂ ਦਾ ਗੁੱਸਾ ਨਾ ਕਰਿਆ ਕਰੋ। ਇਹਨਾਂ ਦੀ ਆਦਤ ਆ, ਜਿਹੜੇ ਗਾਲਾਂ ਕੱਢਣ ਆਉਂਦੇ ਨੇ ਕਮੈਂਟਾਂ ਦੇ ਵਿੱਚ, ਇਹਨਾਂ ਦੀ ਆਦਤ ਹੈ, ਇਹ ਆਦਤ ਤੋਂ ਮਜਬੂਰ ਆ, ਤੇ ਮੈਂ ਵੀ ਮਜਬੂਰ ਆ ਇਹ ਗੱਲ ਕਹਿਣ ਤੋਂ ਵੀ ਇਹਨਾਂ ਦੀ ਗੱਲ ਦਾ ਗੁੱਸਾ ਨਾ ਕਰਿਆ ਕਰੋ। ਜਿਹੜੇ ਗਾਲਾਂ ਕੱਢਦੇ ਨੇ ਇਹਨਾਂ 'ਚ ਦਰਅਸਲ ਆਦਤ ਆ ਆਪਣੀ ਨਿੱਕੀ ਦੇ ਪ੍ਰਾਹੁਣੇ ਨੂੰ ਗਾਲਾਂ ਕੱਢਣ ਦੀ। ਮਾਫ ਕਰਨਾ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਨੇ, ਪਰ ਇਹ ਜਿਹੜੇ ਗਾਲਾਂ ਕੱਢਦੇ ਨੇ ਫਿਰ ਇਹਨਾਂ ਦਾ ਕੋਈ ਹੋਰ ਹੱਲ ਹੀ ਨਹੀਂਗਾ। ਹੁਣ ਤੁਸੀਂ ਦੇਖਿਓ, ਉਹਦੇ ਬਾਵਜੂਦ ਆ ਮੇਰੇ ਸ਼ਬਦ ਸੁਣਨ ਦੇ ਬਾਵਜੂਦ ਇਹ ਇੱਥੇ ਹੁੱਬ ਕੇ ਕਮੈਂਟਾਂ ਦੇ ਵਿੱਚ ਆਉਣਗੇ। ਇਹਨਾਂ ਦੀਆਂ ਗੋਤਾਂ ਚੈੱਕ ਕਰਿਓ, ਗੋਤਾਂ ਚੈੱਕ ਕਰਿਓ ਵੀ ਕਿਹੜੀ ਕਿਹੜੀ ਗੋਤ ਦੇ ਮੇਰੇ ਬੱਚਿਆਂ ਦੇ ਮਾਮੇ ਨੇ। ਹੁਣ ਉਹਨਾਂ ਦਾ ਮੇਰੇ ਨਾਲ ਰਿਸ਼ਤਾ ਕੀ ਆ ਉਹ ਤੁਸੀਂ ਸਭ ਨੇ ਆਪ ਹੀ ਅੰਡਰਸਟੈਂਡ ਕਰ ਲੈਣਾ, ਕਿਉਂਕਿ ਇਹ ਵਾਇਰਸ ਨੇ, ਇਹ ਐਸੇ ਵਾਇਰਸ ਪੰਜਾਬ ਦੇ ਵਿੱਚ ਉਤਪੰਨ ਹੋ ਗਏ ਆ ਜਿਨ੍ਹਾਂ ਨੂੰ, ਜਿੱਦਾਂ ਕਰੋਨਾ ਨੂੰ ਖਤਮ ਕੀਤਾ ਸੀ, ਜਿੱਦਾਂ ਟਾਈਫਾਇਡ ਨੂੰ ਖਤਮ ਕੀਤਾ ਜਾਂਦਾ ਆ, ਜਿੱਦਾਂ ਹੈਜ਼ੇ ਨੂੰ ਖਤਮ ਕੀਤਾ ਜਾਂਦਾ, ਉਦਾਂ ਇਹ ਵਾਇਰਸ ਵੀ ਨੇ ਗਾਲਾਂ ਕੱਢਣ ਵਾਲੇ, ਇਹਨਾਂ ਨੂੰ ਵੀ ਖਤਮ ਕਰਨਾ ਆ। ਉਹ ਤੁਸੀਂ ਤੇ ਆਪਾਂ ਸਾਰਿਆਂ ਨੇ ਰਲ ਕੇ ਹੀ ਕਰਨਾ ਹੁੰਦਾ ਆ। ਐਨੀਵੇਜ਼ ਇਹਨਾਂ ਦੀ ਗੁੱਸਾ ਨਾ ਕਰਿਆ ਕਰੋ ਗੱਲ ਦਾ, ਕਿਉਂਕਿ ਇਹੀ ਲੋਕ ਨੇ ਜਿਹੜੇ ਜਿਨ੍ਹਾਂ ਨੇ ਰੀਤ ਚਲਾਈ ਆ, ਕੜਮ ਚੌਧਰੀਆਂ ਨੇ ਭੈਣਾਂ ਨਾਲ ਲਾਵਾਂ ਲੈ ਕੇ ਬਾਹਰ ਜਾਣ ਦੀ, ਇਹਨਾਂ ਨੇ ਹੋਰ ਵੀ ਕਈ ਰੀਤਾਂ ਚਲਾਈਆਂ ਸੀ, ਸਾਰੀ ਦੁਨੀਆ ਨੂੰ ਪਤਾ। ਇਹ ਕੜਮ ਚੌਧਰੀ ਨੇ, ਅਸੀਂ ਸਿਰਫ ਕੜਮ ਚੌਧਰੀਆਂ ਨੂੰ ਬੋਲਦੇ ਆ, ਬਾਕੀ ਲੋਕ ਆਪਣੇ ਉੱਤੇ ਨਾ ਲੈ ਜਾਇਆ ਕਰਨ ਵੀ ਡਾਕਟਰ ਸਾਰਿਆਂ ਨੂੰ ਇੱਕੋ ਰਸਤੇ ਬੰਨਦਾ ਆ, ਪਰ ਇੱਕੋ ਰਸਤੇ ਫਿਰ ਬੰਨਣ 'ਚ ਅਸੀਂ ਮਜਬੂਰ ਤਾਂ ਹੋ ਜਾਂਦੇ ਆ। ਜਿਹੜੇ ਚੰਗੀ ਸੋਚ ਵਾਲੇ ਨੇ ਉਹ ਚੁੱਪ ਰਹਿ ਕੇ ਇਹਨਾਂ ਮਾੜੇ ਅਨਸਰਾਂ ਦਾ, ਇਹਨਾਂ ਕੜਮ ਚੌਧਰੀਆਂ ਦਾ ਚੁੱਪ ਰਹਿ ਕੇ ਜਦੋਂ ਸਮਰਥਨ ਕਰਦੇ ਆ ਨਾ, ਉਦੋਂ ਦੁੱਖ ਲੱਗਦਾ ਆ। ਪਿੱਛੇ ਜੇ ਇੱਕ ਯੂਕੇ ਦੇ ਵਿੱਚ ਬੈਠਾ ਹੋਇਆ ਕੜਮ ਚੌਧਰੀ, ਮਾੜੀ ਨੀਅਤ ਦਾ, ਮਾੜੀ ਨਸਲ ਦਾ ਬੰਦਾ ਕਹਿ ਸਕਦੇ ਆ, ਬਾਜਵਾ, ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਵੀ ਮੈਂ ਜੱਟ ਆ ਤੇ ਮੈਂ ਜਾਤੀ ਸੂਚਕ ਸ਼ਬਦ ਬੋਲ ਕੇ ਧੀਆਂ ਭੈਣਾਂ ਨੂੰ ਗਾਲਾਂ ਕੱਢ ਰਿਹਾ ਸੀ ਤੇ ਉਹਨਾਂ ਨੂੰ ਮਾੜੀ ਸ਼ਬਦਾਵਲੀ ਬੋਲ ਰਿਹਾ ਸੀਗਾ। ਇਹ ਤੁਹਾਡੇ ਸੰਸਕਾਰ ਆ। ਜੇ ਤੂੰ ਬਾਜਵਾ ਯੂਕੇ ਵਾਲਿਆ, ਜੇ ਤੂੰ ਜੱਟ ਆ, ਜੇ ਤੇਰੇ ਘਰਦਿਆਂ ਨੇ ਤੈਨੂੰ ਸੰਸਕਾਰ ਦਿੱਤੇ ਆ ਜਾਂ ਤੇਰੀਆਂ ਰਗਾਂ ਦੇ ਵਿੱਚ ਗੰਦਾ ਖੂਨ ਆ, ਤੇ ਤੇਰੀ ਸੰਸਕਾਰ ਇਹ ਸੀ ਵੀ ਤੂੰ ਸਾਡੀਆਂ ਧੀਆਂ ਭੈਣਾਂ ਨੂੰ, ਐਸੀ ਭਾਈਚਾਰੇ ਦੀਆਂ ਧੀਆਂ ਭੈਣਾਂ ਨੂੰ ਤੂੰ ਮਾੜਾ ਬੋਲ ਰਿਹਾ ਸੀ ਸ਼ਬਦਾਵਲੀ, ਤੇ ਤੂੰ ਇਹ ਸੋਚ ਕਿ ਤੇਰੀ ਕਮਿਊਨਿਟੀ ਦੇ ਜੋ ਚੰਗੀ ਸੋਚ ਵਾਲੇ ਕਿਸਾਨ ਨੇ, ਉਹ ਧੀਆਂ ਨੇ, ਉਹ ਸਾਡੇ ਤੇ ਭਰੋਸਾ ਕਰਦੇ ਆ। ਔਰ ਅਸੀਂ ਰੰਗਰੇਟੇ ਗੁਰੂ ਕੇ ਬੇਟੇ, ਅਸੀਂ ਮਿਹਣੇ ਨਹੀਂ ਮਾਰਾਂਗੇ, ਨਾ ਹੀ ਅਸੀਂ ਮਿਹਣੇ ਮਾਰਦੇ ਆ, ਲੇਕਿਨ ਜਦੋਂ ਅਸੀਂ ਕਦੀ ਕਿਸੇ ਨੂੰ ਜੇ ਬੈਠੇ ਇਦਾਂ ਨਜ਼ਰ ਨਹੀਂ ਆਉਂਦੇ ਤੇ ਖੜ ਕੇ ਦਿਖਾਉਣਾ ਪੈਂਦਾ ਆ। ਉਹਨਾਂ ਨੇ ਸਾਡੇ ਨਾਲ ਸੰਪਰਕ ਹੀ ਇਸ ਕਰਕੇ ਕੀਤਾ ਵੀ ਤੁਸੀਂ ਮਿਹਣਾ ਨਹੀਂ ਮਾਰੋਗੇ ਜਾਂ ਸਾਡੇ ਤੋਂ ਕੋਈ ਹੋਰ ਉਮੀਦ ਨਹੀਂ ਰੱਖੋਗੇ ਸਾਡੀ ਮਦਦ ਕਰਨ ਦੇ ਬਦਲੇ ਦੇ ਵਿੱਚ, ਇਸ ਕਰਕੇ ਅਸੀਂ ਤੁਹਾਡੇ ਨਾਲ ਸੰਪਰਕ ਕੀਤਾ। ਆਹ ਫਰਕ ਆ ਕੜਮ ਚੌਧਰੀਓ ਤੁਹਾਡੇ 'ਚ ਤੇ ਸਾਡੇ 'ਚ, ਰੰਗਰੇਟੇ ਗੁਰੂ ਕੇ ਬੇਟਿਆਂ 'ਚ। ਔਰ ਪੂਰੀ ਐਸੀ ਕਮਿਊਨਿਟੀ ਜਿਹੜੀ ਹੈ ਇਹ, ਔਰ ਜਿੰਨਾ ਹਿੰਦੂ ਭਾਈਚਾਰਾ ਆ, ਸਾਡੇ ਜਿੰਨੇ ਵੀ ਪੰਜਾਬ ਦੇ ਵਿੱਚ ਰਹਿਣ ਵਾਲੇ ਜਿੰਨੇ ਧਰਮ ਨੇ, ਚਾਹੇ ਉਹ ਜਿੰਨੇ ਵੀ ਧਰਮ ਨੇ, ਚਾਹੇ ਉਹ ਸਾਡਾ ਹਿੰਦੂ ਸਨਾਤਨੀ ਭਰਾ ਨੇ, ਅਸੀਂ ਧੀਆਂ ਭੈਣਾਂ ਦੀਆਂ ਸਭ ਇੱਜ਼ਤ ਕਰਦੇ ਆ, ਅਸੀਂ ਮਿਹਣੇ ਨਹੀਂ ਮਾਰਦੇ। ਤੁਸੀਂ ਲੋਕ ਸਿੱਖਾਂ ਨੇ, ਅਸਲ ਸਿੱਖਾਂ ਨੇ, ਜਿਹੜੇ ਅਸਲ ਖਾਲਸੇ ਸੀ, ਉਹਨਾਂ ਨੇ ਧੀਆਂ ਭੈਣਾਂ ਛੁਡਾਈਆਂ, ਉਹ ਤੇ ਆ ਕੇ ਚਲੇ ਵੀ ਗਏ ਇਸ ਦੁਨੀਆ ਤੋਂ। ਅੱਜ ਤੁਸੀਂ ਮੋਨੇ ਘੋਨੇ ਤੁਸੀਂ ਮਿਹਣੇ ਮਾਰਦੇ ਆ ਵੀ ਸਾਡੇ ਅਸੀਂ ਛੁਡਾ ਕੇ ਲਿਆਉਂਦੇ ਰਹੇ। ਤੁਸੀਂ ਕਿੱਥੋਂ ਛੁਡਾ ਕੇ ਲਿਆਉਂਦੇ ਰਹੇ? ਤੁਸੀਂ ਤੇ ਆਪ ਉਂਗਲ ਫੜ ਕੇ ਤੇ ਜਾ ਕੇ ਤੇ ਕੜਮ ਚੌਧਰੀ ਜਿਹੜੇ ਆ ਪਟਿਆਲੇ ਦੇ ਯਾਸ਼ ਰਾਜੇ ਕੋਲ ਛੱਡ ਕੇ ਆਉਂਦੇ ਰਹੇ ਆ। ਸੋ ਸਾਥੀਓ, ਅਸੀਂ ਧੰਨਵਾਦ ਕਰਦੇ ਆ ਕਿ ਜੇ ਇਸ ਭੈਣ ਨੇ ਸੰਪਰਕ ਕੀਤਾ ਮਜਲੂਮਾ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਦੇ ਨਾਲ। ਸਾਥੀਓ, ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸਾਡੇ ਕੋਲ ਆ ਰਹੇ ਆ। ਅਸੀਂ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਵੀ ਇਸ ਭੈਣ ਹਰਜਿੰਦਰ ਕੌਰ ਉੱਪਲ, ਸਾਡੀ ਭੈਣ ਜਿਹੜੀ ਆ, ਇਹਦੇ ਨਾਲ ਵੀ ਵਾਅਦਾ ਕਰਦੇ ਆ, ਭੈਣੇ ਭਰੋਸਾ ਰੱਖੀ ਔਰ ਤੇਰਾ ਅਸੀਂ ਭਰੋਸਾ ਟੁੱਟਣ ਨਹੀਂ ਦੇਵਾਂਗੇ। ਤੇਰੇ ਭਰਾ ਜਿਉਂਦੇ ਆ, ਤੇਰੇ ਭਰਾ ਰੰਗਰੇਟੇ ਗੁਰੂ ਕੇ ਬੇਟੇ ਜਿਉਂਦੇ ਆ, ਉਹ ਤੇਰੇ ਨਾਲ ਖੜਨਗੇ ਤੇ ਦੋਸ਼ੀ ਨੂੰ, ਕੜਮ ਚੌਧਰੀ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਵੀ ਪਹੁੰਚਾਉਣਗੇ। ਤੇ ਭੈਣੇ ਯਾਦ ਰੱਖੀ, ਅਸੀਂ ਤੇਰੇ ਕੋਲ ਰੱਖੜੀ ਤੇ ਬਣਾਵਾਂਗੇ, ਅਸੀਂ ਮਿਹਣਾ ਨਹੀਂ ਕਦੀ ਮਾਰਾਂਗੇ ਭੈਣ ਨੂੰ ਵੀ ਤੇਰਾ ਅਸੀਂ ਆਹ ਕੰਮ ਕੀਤਾ ਸੀਗਾ। ਸਾਥੀਓ, ਮੈਂ ਤੁਹਾਡੇ ਨਾਲ ਹੁਣ ਇੱਕ ਗੱਲ ਹੋਰ ਸਾਂਝੀ ਕਰਨਾ ਚਾਹੁੰਦਾ ਆ। ਮੋਗੇ ਦਾ ਹੀ ਇੱਕ ਹੋਰ ਕੇਸ ਸੀਗਾ। ਇੱਕ ਮੋਗਾ ਨਿਹਾਲ ਸਿੰਘ ਵਾਲਾ ਦੇ ਨਜ਼ਦੀਕ ਤਖਤੂਪੁਰਾ ਪਿੰਡ ਆ, ਉੱਥੇ ਇੱਕ ਕੜਮ ਚੌਧਰੀ, ਇਸੇ ਕਮਿਊਨਿਟੀ ਦਾ, ਜਿਸ ਕਮਿਊਨਿਟੀ ਦਾ ਬਾਜਵਾ ਯੂਕੇ ਵਾਲਾ ਆ, ਇਹ ਕੜਮ ਚੌਧਰੀ, ਇੱਕ ਲੜਕਾ ਪਾਣੀ ਪੀਣ ਦੇ ਬਹਾਨੇ
ਗਰੀਬ ਮਜ਼ਦੂਰ ਦੇ ਘਰ ਵੜਦਾ ਆ, ਉਹਨਾਂ ਦੀ 15-16 ਸਾਲ ਦੀ ਨਾਬਾਲਗ ਧੀ ਦੇ ਕੋਲੋਂ ਪਾਣੀ ਮੰਗਦਾ ਆ। ਉਹ ਪੁੱਛਦਾ ਵੀ ਘਰੇ ਕੋਈ ਹੋਰ ਹੈ ਨਹੀਂ, ਉਹ ਧੀ ਕਹਿੰਦੀ ਵੀ ਘਰੇ ਕੋਈ ਹੈ ਨਹੀਂ, ਕੰਮ ਦੇ ਉੱਤੇ ਗਏ ਹੋਏ ਆ। ਉਹ ਕੱਲੀ ਦਾ ਫਾਇਦਾ ਚੁੱਕ ਕੇ ਤੇ ਉਹ ਕੜਮ ਚੌਧਰੀ 25-26 ਸਾਲ ਦਾ ਉਸ ਧੀ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਆ। ਧੀ ਅੱਗੋਂ ਦਲੇਰ ਨਿਕਲਦੀ ਆ, ਉਹ ਅੱਗੋਂ ਦਲੇਰ ਨਿਕਲਦੀ ਆ, ਕਿਉਂਕਿ ਉਹ ਧੀ ਗਰੀਬ ਦੀ ਧੀ ਆ, ਜਾਂ ਗਰੀਬ ਦੀ ਹੋਵੇ ਚਾਹੇ ਅਮੀਰ ਦੀ ਹੋਵੇ, ਧੀਆਂ ਤਾਂ ਸਭ ਦੀਆਂ ਸਾਂਝੀਆਂ ਨੇ। ਉਹਦੀ ਅਣਖ ਜਾਗਦੀ ਸੀ, ਉਹਨੇ ਰੋਲਾ ਪਾਇਆ ਤੇ ਉਹ ਕੜਮ ਚੌਧਰੀ ਕੰਧ ਟੱਪ ਕੇ ਫਟਾਫਟ ਭੱਜ ਗਿਆ। ਉਹਦੇ ਉੱਤੇ FIR ਦਰਜ ਕਰਾ ਕੇ ਉਹਨੂੰ ਜੇਲ੍ਹ ਭੇਜ ਦਿੱਤਾ। ਹੁਣ ਮੈਂ ਤੁਹਾਨੂੰ ਜਿਹੜੀ ਅੱਗੋਂ ਗੱਲ ਦੱਸਣ ਜਾ ਰਿਹਾ, ਸੁਣਿਓ ਧਿਆਨ ਦੇ ਨਾਲ। ਹੁਣ ਉਹ ਲੜਕਾ ਸੀ ਕੜਮ ਚੌਧਰੀਆਂ ਦਾ। ਸਾਥੀਓ, ਇਹ ਗੱਲ ਬਿਲਕੁਲ ਧਿਆਨ ਦੇ ਵਿੱਚ ਤੁਹਾਡੇ ਲਿਆਉਣਾ ਚਾਹੁੰਦੇ ਹਾਂ ਅਸੀਂ, ਵੀਡੀਓ ਨੂੰ ਸ਼ੇਅਰ ਕਰੀ ਜਾਇਓ। ਦੇਖੋ, ਧੀਆਂ ਨਾਲ ਬਲਾਤ ਕਰਨ ਵਾਲਿਆਂ ਦੇ ਹੱਕ 'ਚ ਕਿਵੇਂ ਕੁਝ ਜਥੇਬੰਦੀਆਂ ਭੁਗਤਦੀਆਂ ਨੇ, ਮੈਂ ਉਹਨਾਂ ਦਾ ਵੀ ਪਰਦਾਫਾਸ਼ ਕਰਨ ਜਾ ਰਿਹਾ ਤੁਹਾਡੇ ਨਾਲ। ਉਹ ਧੀ ਜਿਹੜੇ ਸਕੂਲ 'ਚ ਪੜ੍ਹਦੀ ਹੈ, ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਲਾਗੇ ਤਖਤੂਪੁਰਾ ਪਿੰਡ ਆ, ਉੱਥੋਂ ਦੀ ਇਹ ਘਟਨਾ ਆ। 15-16 ਸਾਲ ਦੀ ਧੀ ਦੇ ਨਾਲ ਇੱਕ ਕੜਮ ਚੌਧਰੀ ਘਰ ਦੇ ਵਿੱਚ ਪਾਣੀ ਪੀਣ ਦੇ ਬਹਾਨੇ ਵੜ ਕੇ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਆ। ਔਰ ਪਹਿਲਾਂ ਤਾਂ ਉਹਨੂੰ ਇਨਸਾਫ ਨਹੀਂ ਮਿਲਦਾ, ਫਿਰ ਜਦੋਂ ਮਜਲੂਮਾ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਦੇ ਧਿਆਨ 'ਚ ਇਹ ਗੱਲ ਆਉਂਦੀ ਆ, ਇਹ ਜਥੇਬੰਦੀ ਐਕਸ਼ਨ ਚਾਹੁੰਦੀ ਆ। ਮੋਗਾ ਤੋਂ ਸਾਡੇ ਸੂਬਾ ਸਕੱਤਰ ਸਰਦਾਰ ਗੁਰਦੇਵ ਸਿੰਘ ਜੀ ਸਰਪੰਚ, ਉਹ ਸੂਬਾ ਪ੍ਰਧਾਨ ਜੀ ਦੇ ਧਿਆਨ 'ਚ ਗੱਲ ਜਾਂਦੀ ਆ, ਮੇਰੇ ਧਿਆਨ 'ਚ ਗੱਲ ਆਉਂਦੀ ਆ, ਤੇ ਪੂਰੀ ਟੀਮ ਮਜਲੂਮਾ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਦੀ ਪੂਰੀ ਟੀਮ ਜਿਹੜੀ ਹੈ ਉਹ ਐਕਸ਼ਨ 'ਚ ਆਣ ਕੇ ਤੇ ਤਾਰਾਂ ਖੜਕਾ ਦਿੰਦੀਆਂ, ਚਾਹੇ ਉਹ SSP ਮੋਗਾ ਹੋਵੇ, ਚਾਹੇ ਉਹ DIG ਹੋਵੇ। ਸੋ ਸਾਥੀਓ, ਜਦੋਂ ਉਸ ਕੜਮ ਚੌਧਰੀ ਮੁੰਡੇ ਦੇ ਉੱਤੇ ਪਰਚਾ ਕਰਵਾਤਾ, ਉਹਨੂੰ ਜੇਲ੍ਹ ਭੇਜ ਦਿੱਤਾ, ਉਸ ਕੜਮ ਚੌਧਰੀ ਮੁੰਡੇ ਦਾ ਸਾਥ ਤੇ ਸਮਰਥਨ ਦੇਣ ਵਾਸਤੇ ਮੋਗੇ ਤੋਂ ਕਿਸਾਨ ਯੂਨੀਅਨ, ਕਿਸਾਨ ਜਥੇਬੰਦੀ ਉਗਰਾਹਾਂ ਆਇਆ ਇਹਨਾਂ ਦੀਆਂ ਕਰਤੂਤਾਂ ਕਿ ਇਹ ਪਿੰਡਾਂ 'ਚ ਵੀ ਜਦੋਂ ਪੱਠਿਆਂ ਦੀ ਪੰਡ ਬਦਲੇ ਕਿਸੇ ਗਰੀਬ ਦੀ ਧੀ ਦਾ ਬਲਾਤਕਾਰ ਹੁੰਦਾ ਆ, ਤੇ ਲੋਕੀ ਕਹਿੰਦੇ ਨੇ ਵੀ ਸਾਰੇ ਹੀ ਮਾੜੇ ਨਹੀਂ ਹੁੰਦੇ, ਸਾਰੇ ਚੰਗੇ ਨਹੀਂ ਹੁੰਦੇ। ਹਰ ਕੌਮ 'ਚ, ਹਰ ਕਮਿਊਨਿਟੀ 'ਚ ਚੰਗੇ ਮਾੜੇ ਸਾਰੇ ਲੋਕ ਹੁੰਦੇ ਆ, ਲੇਕਿਨ ਪਿੰਡਾਂ ਦੇ ਵਿੱਚ ਕੜਮ ਚੌਧਰੀਆਂ ਦੀ ਕੌਮ ਦੇ ਵਿੱਚੋਂ ਜਿਹੜੇ ਚੰਗੇ ਲੋਕ ਵੀ ਨੇ, ਉਹ ਕੀ ਕਰਦੇ ਆ, ਐਂਡ ਦੇ ਉੱਤੇ ਜਿਹੜਾ ਪੰਚਾਇਤੀ ਫੈਸਲਾ ਹੁੰਦਾ ਆ, ਉਹ ਦੋਸ਼ੀ ਦੇ ਹੱਕ ਦੇ ਵਿੱਚ ਕਰਦੇ ਆ। ਆ ਜਿਹੜੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀ ਉਗਰਾਹਾਂ ਮੋਗਾ ਇਕਾਈ ਦੀ ਟੀਮ ਉਸ ਮੁੰਡੇ ਦੇ ਹੱਕ 'ਚ ਭੁਗਤਦੀ ਆ, ਜਿਨੇ ਉਸ ਧੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ। ਫਿਰ ਕਿਸਾਨ ਜਥੇਬੰਦੀ ਉਗਰਾਹਾਂ ਮੋਗਾ ਇਕਾਈ ਦਾ ਜਿਹੜਾ ਪ੍ਰਧਾਨ ਆ, ਉਹ ਵਿਅਕਤੀ ਜਿਸ ਸਕੂਲ 'ਚ ਲੜਕੀ ਪੜ੍ਹਦੀ ਆ, ਉਸ ਸਕੂਲ ਦੀ ਪ੍ਰਿੰਸੀਪਲ ਨੂੰ ਕਹਿੰਦੇ ਆ ਵੀ ਇਸ ਲੜਕੀ ਨੂੰ ਹਰਾਸਮੈਂਟ ਕਰੋ ਜਿੰਨੀ ਹੋ ਸਕੇ। ਉਹ ਸਕੂਲ ਦੀ ਪ੍ਰਿੰਸੀਪਲ ਇਸ ਬੱਚੀ ਨੂੰ, ਦੇਖੋ 15-16 ਸਾਲ ਦੀ ਬੱਚੀ ਨਾਲ ਇੱਕ ਤੇ ਉਹ ਹਰਕਤ ਹੋ ਗਈ, ਇੱਕ ਤੇ ਉਹਦੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਇੱਕ ਉਹਦਾ ਬਾਰ-ਬਾਰ ਰੇਪ ਸਕੂਲ ਦੇ ਵਿੱਚ ਗੱਲਾਂ ਨਾਲ ਇਸ ਪ੍ਰਿੰਸੀਪਲ ਨੇ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਸਕੂਲ ਦੇ ਵਿੱਚ ਉਹ ਬੱਚੀ ਪੜ੍ਹਦੀ ਆ। ਔਰ ਇਹ ਜਿਹੜੀ ਪ੍ਰਿੰਸੀਪਲ ਸੀ, ਇਹ ਕਿਸਾਨ ਜਥੇਬੰਦੀ ਉਗਰਾਹਾਂ ਜਿਹੜੀ ਇਕਾਈ ਹੈ ਮੋਗੇ ਦੀ, ਉਹ ਉਸ ਟੀਮ ਦੇ ਕਿਸੇ ਬੰਦੇ ਦੀ ਧੀ ਆ ਜਾਂ ਲੜਕੀ ਆ। ਦੇਖੋ, ਉਹਦੀ ਵੀ ਤਾਂ ਧੀ ਆ, ਲੇਕਿਨ ਇਹ ਧੀ ਕਿੱਦਾਂ ਦੀ ਹੋ ਸਕਦੀ ਹੈ? ਉਹ ਪ੍ਰਿੰਸੀਪਲ ਕੀ ਇੱਕ ਧੀ ਨਾਲ ਹੀ ਤਸ਼ੱਦਦ ਹੋਇਆ, ਜ਼ੁਲਮ ਹੋਇਆ, ਤੇ ਉਹਨੂੰ ਕਹਿ ਰਹੀ ਹੈ ਕਿ ਤੂੰ ਜਦੋਂ ਤੱਕ ਲੜਕੇ ਨਾਲ ਰਾਜੀਨਾਮਾ ਨਹੀਂ ਕਰਦੀ ਤੂੰ ਸਕੂਲ ਦੇ ਵਿੱਚ ਨਹੀਂ ਆਉਣਾ। ਆ ਹੁੰਦਾ ਜੇ, ਆ ਸੱਚਾਈ ਜੇ, ਆ ਕੋੜਾ ਸੱਚ ਬੋਲਦਾ ਤੁਹਾਡਾ ਵੀਰ, ਆ ਕੋੜਾ ਸੱਚ ਬੋਲਦਾ ਤੁਹਾਡਾ ਵੀਰ, ਜਿਹਦੇ ਕਰਕੇ ਇਹਦੇ ਉੱਤੇ ਕੜਮ ਚੌਧਰੀ ਇਹ ਕਹਿੰਦੇ ਆ ਵੀ ਇਹ RSS ਦਾ ਬੰਦਾ ਆ। ਜੇ ਅਸੀਂ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ, ਈਵਨ ਅਸੀਂ ਜੇ ਕਿਸਾਨ ਜਿਹੜੇ ਸਾਡੇ ਭਰਾ ਨੇ, ਗਰੀਬ ਨੇ, ਬੇਜ਼ਮੀਨ ਨੇ, ਅਸੀਂ ਉਹਨਾਂ ਦੀਆਂ ਵੀ ਧੀਆਂ ਦੀਆਂ ਜੇ ਇੱਜ਼ਤਾਂ ਇਹਨਾਂ ਕੜਮ ਚੌਧਰੀਆਂ ਤੋਂ ਬਚਾਉਂਦੇ ਆ, ਤੇ ਕੜਮ ਚੌਧਰੀ ਸਾਨੂੰ ਇਲਜ਼ਾਮ ਲਾਉਂਦੇ ਆ, ਇਹ ਕਹਿੰਦੇ ਨੇ ਕਿ ਇਹ RSS ਦਾ ਬੰਦਾ ਆ। ਸਾਥੀਓ, ਅਸੀਂ ਤੇ ਰੱਬ ਦੇ ਬੰਦੇ ਆ, ਜਾਂ ਦੂਜਾ ਲੈ ਦੇ ਕੇ ਮੈਂ ਆਪਣੀ ਘਰਵਾਲੀ ਦਾ ਬੰਦਾ ਆ, ਇਸ ਤੋਂ ਇਲਾਵਾ ਰੱਬ ਦਾ ਬੰਦਾ ਆ, ਘਰਵਾਲੀ ਦਾ ਬੰਦਾ ਆ, ਤੇ 35 ਮਹਾਪੁਰਸ਼ਾਂ ਦੇ ਦਰ ਦਾ ਮੈਂ ਆਪਣੇ ਆਪ ਨੂੰ ਕੂਕਰ ਜੇ ਕਿਸੇ ਨੂੰ ਨਾ ਪਤਾ ਹੋਵੇ ਤੇ ਕੁੱਤਾ, ਮੈਂ 35 ਮਹਾਪੁਰਸ਼ ਜੋ ਗੁਰੂ ਗ੍ਰੰਥ ਸਾਹਿਬ ਜੀ 'ਚ ਵਿਰਾਜਮਾਨ ਹਨ, ਤੇ ਇਹਨਾਂ ਦੇ ਆਉਣ ਤੋਂ ਪਹਿਲਾਂ ਜਿਹੜੇ ਮੂਲ ਨਿਵਾਸੀਆਂ ਦੇ ਮਹਾਪੁਰਸ਼ ਨੇ, ਮੈਂ ਤੇ ਉਹਨਾਂ ਦੇ ਦਰ ਦਾ ਕੁੱਤਾ ਸਮਝਦਾ ਆਪਣੇ ਆਪ ਨੂੰ। ਸੋ ਸਾਥੀਓ, ਸੱਚ ਬੋਲਦੇ ਆ, ਬੋਲਦੇ ਰਵਾਂਗੇ। ਹੁਣ ਤੱਕ ਸਾਡੀ ਆਵਾਜ਼ ਨੂੰ ਦਬਾਉਣ ਵਾਸਤੇ ਪਤਾ ਨਹੀਂ ਕਿੰਨੇ ਕੁ ਪਰਚੇ, ਇਹ ਸੋਚਦੇ ਆ ਕੜਮ ਚੌਧਰੀ
ਕਿ ਜਿੱਦਾਂ ਅਸੀਂ ਪਿੰਡਾਂ ਦੇ ਵਿੱਚ ਗਰੀਬਾਂ ਦੇ ਉੱਤੇ ਚੋਰੀਆਂ ਦੇ ਇਲਜ਼ਾਮ ਲਾ ਕੇ ਝੂਠੇ ਪਰਚੇ ਪਵਾ ਕੇ 60% ਤੋਂ ਵੱਧ ਪਿੰਡਾਂ ਦੇ ਗਰੀਬ ਲੋਕਾਂ ਨੂੰ ਜੇਲ੍ਹਾਂ 'ਚ ਪਹੁੰਚਾ ਕੇ ਤੇ ਉਹਨਾਂ ਨੂੰ ਦੱਬ ਕੇ ਰੱਖਿਆ ਹੋਇਆ, ਤੇ ਦੁਨੀਆ ਨੂੰ ਮੀਡੀਆ ਔਰ ਸੋਸ਼ਲ ਮੀਡੀਆ ਤੇ ਆਣ ਕੇ ਕਹਿੰਦੇ ਆ ਜੀ 9 ਮਾਸ ਦਾ ਰਿਸ਼ਤਾ ਆ। ਇਹ ਦੁਨੀਆ ਭਲੀ ਭਾਂਤੀ ਜਾਣਦੀ ਹੈ ਕਿ ਜਿਹੜੀ ਤੁਹਾਡਾ ਕਿੰਨਾ ਕੁ ਤੁਸੀਂ 9 ਮਾਸ ਦਾ ਰਿਸ਼ਤਾ ਆ। 9 ਮਾਸ ਦਾ ਰਿਸ਼ਤੇ ਨਾਲ ਵਾਲਿਆਂ ਦੇ ਨਾਲ ਤੁਸੀਂ ਵਿਤਕਰੇ ਕਰਦੇ ਆ। ਗੁਰਦੁਆਰੇ 4-4 ਤੇ ਮੜੀਆਂ ਵੱਖੋ ਵੱਖਰੀਆਂ। ਸਾਥੀਓ ਤੁਸੀਂ ਦੱਸੋ ਵੀ ਕਿਆ ਸਕੂਲ ਦੀ ਪ੍ਰਿੰਸੀਪਲ ਨੂੰ ਜਿਸ ਬੱਚੀ ਦੇ ਨਾਲ ਤਸ਼ੱਦਦ ਹੋਇਆ ਇਹਨੂੰ ਕਹਿਣਾ ਚਾਹੀਦਾ ਸੀ ਵੀ ਜਦੋਂ ਤੱਕ ਰਾਜੀਨਾਮਾ ਨਹੀਂ ਕਰਦੀ ਸਕੂਲ ਨਾ ਆਵੀਂ? ਉਸ ਬੱਚੀ ਨੇ ਫਿਰ ਸਾਡੇ ਧਿਆਨ 'ਚ ਜਦੋਂ ਗੱਲ ਜਾਂਦੀ ਫਿਰ ਉਹ ਘੜਮ ਚੌਧਰਨੀ ਪ੍ਰਿੰਸੀਪਲ ਜਿਹੜੀ ਸੀ ਉਸ ਨੂੰ ਫਿਰ ਮਾਫੀ ਮੰਗ ਕੇ ਆਪਣੀ ਜਾਨ ਛਡਾਉਣੀ ਪਈ। ਸਾਥੀਓ ਇਸੇ ਤਰ੍ਹਾਂ ਸਾਥੀਓ ਜਿਹੜਾ ਤੇਜਾ ਸਿੰਘ ਵਾਲਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇੱਕ 11 ਸਾਲ ਦੀ ਬੱਚੀ ਦੇ ਨਾਲ ਇੱਕ 26 ਸਾਲ ਦੇ ਘੜਮ ਚੌਧਰੀ ਨੇ ਆਪਣੇ ਖੇਤ ਦੀ ਮੋਟਰ ਤੇ ਲਿਜਾ ਕੇ ਉਹਦਾ ਰੇਪ ਕੀਤਾ ਤੇ ਐਸਐਸਪੀ ਨੂੰ ਪੈਸਾ ਖਵਾਇਆ। ਤੇ ਜਦੋਂ ਮਜਲੂਮਾ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਨੇ ਆਵਾਜ਼ ਚੁੱਕੀ ਤੇ ਕਹਿੰਦਾ ਜੀ ਮੇਰੇ ਨਾਲ ਸਿਆਸਤ ਹੋ ਰਹੀ ਆ। ਸੋ ਸੋਚ ਕੇ ਦੇਖੋ, ਇੱਕ ਮਜ਼ਦੂਰ ਮਾਂ-ਬਾਪ ਜਿਹੜੇ ਵਿਚਾਰੇ ਹੈਂਡੀਕੈਪ ਉਹਨਾਂ ਦੀ 11 ਸਾਲ ਦੀ ਬੱਚੀ ਤੇ ਉਹਦੇ ਨਾਲ ਰੇਪ ਕਰ ਦਿੱਤਾ, ਉਹਦੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਘੜਮ ਚੌਧਰੀ। ਉਹ ਘੜਮ ਚੌਧਰੀ ਇੱਕੋ ਹੀ ਵਰਗ ਦੇ ਨੇ ਸਾਥੀਓ। ਜਿੱਦਾਂ ਮੁਗਲਾਂ ਨੇ ਅੱਤ ਚੁੱਕੀ ਸੀ ਉਸੇ ਤਰ੍ਹਾਂ ਪੰਜਾਬ ਦੇ ਇਹਨਾਂ ਘੜਮ ਚੌਧਰੀਆਂ ਨੇ ਅੱਤ ਚੁੱਕੀ ਆ। ਇਹ ਪੋਲੀਟੀਕਲ ਪਾਰਟੀਆਂ ਦੀਆਂ ਸ਼ਹਿਆਂ ਤੇ ਆ ਜਿਹੜੀ ਕਿਸਾਨ ਜਥੇਬੰਦੀ ਉਗਰਾਹਾਂ ਇਹਦੀ ਜਿਹੜੀ ਮੋਗੇ ਦੀ ਇਕਾਈ ਨੇ ਜਿੱਦਾਂ ਦੀ ਘਟੀਆ ਹਰਕਤ ਕੀਤੀ ਆ, ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਜਥੇਬੰਦੀਆਂ ਬਣਾ ਕੇ ਬਾਹਰੋਂ ਤੇ ਫੰਡਿੰਗ ਮੰਗਾਉਂਦੇ ਨੇ। ਇਹ ਗਰੀਬਾਂ ਨੂੰ ਰਾਜੀਨਾਮੇ ਕਰਨ ਦੇ ਨਾਮ ਦੇ ਉੱਤੇ ਮੋਟੀਆਂ ਰਕਮਾਂ ਚੁੱਕਦੇ ਨੇ। ਇਹਨਾਂ ਦੇ ਉੱਤੇ ਭਰੋਸਾ ਨਾ ਕਰਿਓ। ਅਸੀਂ ਕਿਸੇ ਨੂੰ ਛੇਤੀ ਕਿਤੇ ਬਦਨਾਮ ਨਹੀਂ ਕਰਦੇ। ਸਾਨੂੰ ਪਤਾ ਵੀ ਸਾਡੇ ਤੇ ਡੈਫੇਮੇਸ਼ਨ ਹੋ ਸਕਦਾ ਆ, ਲੇਕਿਨ ਜੇ ਸਾਡੇ ਕੋਲ ਸਬੂਤ ਨੇ ਅਸੀਂ ਤਾਂ ਬੋਲਦੇ ਆ। ਕੱਲ ਇੱਕ ਕੋਈ ਤਰਨਤਾਰਨ ਤੋਂ ਕੋਈ ਕਹਿੰਦਾ ਜੀ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਆ, ਕੋਈ ਰਮਨਦੀਪ ਕਰਕੇ ਕੋਈ ਮੂਰਖ ਬੰਦਾ ਤੇ ਹੈਗਾ, ਉਹ ਘੜਮ ਚੌਧਰੀ ਸੀਗਾ ਤੇ ਉਹ ਵੀ ਸਾਡੀ ਆਵਾਜ਼ ਨੂੰ ਦਬਾਉਣ ਵਾਸਤੇ ਗੱਲ ਕਰ ਰਿਹਾ ਸੀਗਾ ਤੇ ਉਹਦੀ ਤੇ ਐਸੀ ਘੋੜੀ ਨਵਾਈ ਦੁਬਾਰਾ ਤਾਂ ਨਹੀਂ ਉਹ ਦੁਬਾਰਾ ਸਾਨੂੰ ਫੋਨ ਕਰਦਾ। ਦੇਖੋ ਜੁਰਤ ਹੋਣੀ ਚਾਹੀਦੀ ਆ। ਪਲੀਜ਼ ਕੋਸ਼ਿਸ਼ ਕਰੋ। ਮੈਂ ਆਪਣੇ ਗਰੀਬ ਕਿਸਾਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਆ, ਮੈਂ ਮਜ਼ਦੂਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਆ ਕਿ ਜੇ ਪਿੰਡ ਦੇ ਵਿੱਚ ਤੁਹਾਡੇ ਕੋਲ ਜ਼ਮੀਨਾਂ ਹੈ ਨਹੀਂ ਤੇ ਪਿੰਡ ਛੱਡ ਦਿਓ, ਸ਼ਹਿਰ ਚ ਆ ਜਾਓ, ਕਿਉਂਕਿ ਪਿੰਡਾਂ ਦੇ ਘੜਮ ਚੌਧਰੀ ਚੌਂਕੀਆਂ ਥਾਣੇ ਇਹ ਆਪਣੀ ਜੇਬ 'ਚ ਰੱਖਦੇ ਆ। ਇਹਨਾਂ ਦਾ ਪਾਵਰ ਪੋਲੀਟੀਕਲ ਪਾਵਰਾਂ ਹੁੰਦੀਆਂ ਇਹਨਾਂ ਦੇ ਕੋਲ। ਇਹ ਕਿਸੇ ਨਾ ਕਿਸੇ ਰਵਾਇਤੀ ਪਾਰਟੀ ਕਾਲੀਆਂ ਕਾਂਗਰਸੀਆਂ ਦੇ ਉਹਨਾਂ ਦੇ ਇਹ ਹੁੰਦੇ ਆ ਦਲਾਲ ਕਿਸਮ ਦੇ ਲੋਕ ਜਿਹੜੇ ਪਾਰਟੀਆਂ ਦੀ ਸ਼ਹਿ ਦੇ ਉੱਤੇ ਥਾਣੇ ਚੌਂਕੀਆਂ ਆਪਣੀ ਜੇਬ 'ਚ ਰੱਖਦੇ ਆ। ਇਹ ਗਰੀਬਾਂ ਦੇ ਉੱਤੇ, ਚਾਹੇ ਉਹ ਗਰੀਬ ਕਿਸਾਨ ਆ ਚਾਹੇ ਉਹ ਗਰੀਬ ਮਜ਼ਦੂਰ ਆ, ਇਹ ਉਹਨਾਂ ਨੂੰ ਦੱਬ ਕੇ ਰੱਖਦੇ ਆ। ਮੈਂ ਗਰੀਬ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਬੇਨਤੀਆਂ ਕਰਦਾ, ਵੀਰੋ ਵੀ ਗੁਲਾਮੀ ਛੱਡ ਦਿਓ ਯਾਰ। ਉਹ ਗੁਲਾਮੀ ਛੱਡ ਦਿਓ ਮੇਰੇ ਵੀਰੋ, ਗੁਲਾਮੀ ਛੱਡ ਕੇ ਪਿੰਡ ਛੱਡ ਦਿਓ। ਇਹਨਾਂ ਘੜਮ ਚੌਧਰੀਆਂ ਦੀ ਗੁਲਾਮੀ ਛੱਡ ਦਿਓ। ਸ਼ਹਿਰਾਂ ਵੱਲ ਨੂੰ ਰੁਖ ਕਰੋ ਮੇਰੇ ਵੀਰੋ। ਇੱਥੇ ਆਓ, ਸ਼ਹਿਰਾਂ ਦੇ ਵਿੱਚ ਸੈਂਕੜੋ ਹਜ਼ਾਰਾਂ ਮੌਕੇ ਨੇ ਰੋਜ਼ਗਾਰ ਦੇ। ਜੇ ਸਾਡੇ ਯੂਪੀ ਬਿਹਾਰ ਤੋਂ ਜਿੱਥੇ ਪਟਨਾ ਸਾਹਿਬ ਸਾਡੇ ਕਲਗੀਧਰ ਪਿਤਾ ਜੀ ਦਾ ਜਨਮ ਹੋਇਆ, ਉੱਥੋਂ ਅਗਰ ਮਜ਼ਦੂਰ ਆ ਕੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਆਣ ਕੇ ਰੋਜ਼ਗਾਰਾਂ ਦੇ ਉੱਤੇ ਕਾਬਜ ਹੋ ਕੇ ਉਹ ਮਿਹਨਤਾਂ ਕਰ ਕਰਕੇ ਕੋਠੀਆਂ ਬਣਾਈ ਜਾਂਦੇ ਆ, ਉਹ ਗੱਡੀਆਂ ਦੇ ਵਿੱਚ ਘੁੰਮਦੇ ਆ, ਤੇ ਪਿੰਡਾਂ 'ਚ ਰਹਿਣ ਵਾਲਿਓ ਮੇਰੇ ਵੀਰੋ ਭੈਣੋ ਭਰਾਓ, ਚਾਹੇ ਕਿਸਾਨ ਨੇ ਗਰੀਬ ਚਾਹੇ ਉਹ ਮਜ਼ਦੂਰ ਨੇ, ਉਹ ਤੁਸੀਂ ਕਿਉਂ ਨਹੀਂ ਆਪਣੀ ਜ਼ਿੰਦਗੀ ਦੀ ਹਾਲਾਤ ਬਦਲਦੇ ਸ਼ਹਿਰਾਂ ਵੱਲ ਨੂੰ ਰੁਖ ਕਰ ਲਓ। ਜੇ ਪਿੰਡ 'ਚ ਜ਼ਮੀਨ ਹੈ ਨਹੀਂ ਫਿਰ ਕੀ ਫਾਇਦਾ ਰਹਿਣ ਦਾ? ਜ਼ਰੂਰੀ ਗੁਲਾਮੀ ਕਰਨੀ? ਤੁਹਾਡੇ ਧੀਆਂ ਪੁੱਤਾਂ ਦੇ ਉੱਤੇ ਝੂਠੇ ਪਰਚੇ ਵੀ ਹੁੰਦੇ ਆ, ਉਹਨਾਂ ਦੇ ਕਤਲੋਗਾਰਤ ਵੀ ਹੁੰਦੀ ਆ, ਧੀਆਂ ਦੇ ਰੇਪ ਵੀ ਹੁੰਦੇ ਆ। ਇਹਨਾਂ ਘੜਮ ਚੌਧਰੀਆਂ ਦੇ ਉੱਤੇ ਕੋਈ ਲਗਾਮ ਨਹੀਂ ਪਾਉਂਦਾ। ਜਿਹੜੇ ਵਾਇਰਸ ਆਏ ਆ ਪੰਜਾਬ ਦੇ ਵਿੱਚ, ਇਹ ਆਣ ਕੇ ਦੂਜੇ ਧਰਮਾਂ ਨੂੰ ਤੇ ਨਿੰਦਣਾ ਸ਼ੁਰੂ ਕਰ ਦਿੱਤਾ। ਉਹ ਪਹਿਲਾਂ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਜਿਹੜੀਆਂ ਤੁਹਾਡੇ ਹੀ ਵਰਗ ਦੇ ਲੋਕ ਨੇ ਘੜਮ ਚੌਧਰੀ ਉਹ ਲੁੱਟੀ ਜਾਂਦੇ ਆ, ਧੀਆਂ ਦੀਆਂ ਇੱਜ਼ਤਾਂ, ਉਹਨਾਂ ਨੂੰ ਬਲੈਕਮੇਲ ਕਰ ਰਹੇ, ਉਹਨਾਂ ਤੇ ਤਸ਼ੱਦਦ ਕਰ ਰਹੇ। ਪੰਜਾਬ ਦਾ ਜਿਹੜਾ ਵਾਇਰਸ ਆਇਆ ਆ ਦੁੱਕੀ ਦਾ ਬੰਦਾ, ਉਹ ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਆ ਵੀ ਇਹ 3-3 ਫੁੱਟ ਦੀਆਂ ਕਿਰਪਾਨਾਂ ਫੜ ਕੇ ਜੋ ਤੁਸੀਂ ਭੇਖੀਓ ਦਿਖਾਵੇ ਕਰ ਰਹੇ ਹੋ, ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਓ। ਕਲਗੀਧਰ ਪਿਤਾ ਦੇ ਇਹ ਕਿਹਾ ਸੀ ਕਿ ਧੀਆਂ ਭੈਣਾਂ ਤੇ ਗਰੀਬਾਂ ਦੀ ਰਾਖੀ ਕਰਨੀ ਆ, ਉਹਨਾਂ ਨੂੰ ਬਚਾਉਣਾ ਆ, ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਉਣੇ ਆ, ਉਹਨਾਂ ਨੂੰ ਬਰਾਬਰਤਾ ਦਿਵਾਉਣੀ ਆ, ਤੇ ਤਾਂ ਜਾ ਕੇ ਪੰਜਾਬ ਜਾਂ ਇਹ ਦੇਸ਼ ਖੁਸ਼ਹਾਲ ਹੋ ਸਕਦਾ ਹੈ। ਲੇਕਿਨ ਇਹ ਕਿਉਂਕਿ ਭੇਖੀ ਨੇ, ਇਹ ਢੋਂਗੀ ਨੇ, ਭੇਖੀ ਨੇ, ਇਹਨਾਂ ਦਾ ਨਿਸ਼ਾਨਾ ਕੁਝ ਹੋ ਰਿਹਾ। ਇਹ ਗੁਰੂ ਸਾਹਿਬ ਦੀ ਸੋਚ ਤੇ ਨਹੀਂ ਪਹਿਰਾ ਦੇ ਰਹੇ,
ਇਹ ਸ਼ਹੀਦ ਬਣਨ ਆਏ ਨੇ। ਇਹ ਵੀ ਕੱਲ ਨੂੰ ਹੋ ਸਕਦਾ ਜਿੱਦਾਂ ਵੀ ਮਸ਼ੂਕਾਂ ਨਾਲ ਰੰਗ ਰਲੀਆਂ ਮਨਾਉਣ ਵਾਲੇ ਸ਼ਹੀਦ, ਦੇਖੋ ਕੈਸੀਆਂ ਗੱਲਾਂ ਨੇ, ਕਿੰਨੀ ਸ਼ਹੀਦਾਂ ਦੀ ਬੇਅਦਬੀ ਆ। ਬਾਬਾ ਜੀਵਨ ਸਿੰਘ ਜੀ ਵਰਗੀ ਸ਼ਹਾਦਤ ਕੋਈ ਹੋ ਸਕਦੀ ਕਿਸੇ ਦੀ? ਬਾਬਾ ਬੰਦਾ ਸਿੰਘ ਬਹਾਦਰ ਜੀ ਵਰਗੀ ਸ਼ਹਾਦਤ ਹੋ ਸਕਦੀ ਕਿਸੇ ਦੀ? ਬਾਬਾ ਦੀਪ ਸਿੰਘ ਜੀ, ਹਰੀ ਸਿੰਘ ਨਲੂਆ ਜੀ ਔਰ ਜਿੰਨੇ ਵੀ ਸ਼ਹੀਦ ਹੋਏ ਨੇ, ਇਹਨਾਂ ਨੇ ਉਹਨਾਂ ਸ਼ਹੀਦਾਂ ਨੂੰ ਵੀ ਸ਼ਰਮਿੰਦਾ ਕਰ ਦਿੱਤਾ ਕਿ ਇਹਨਾਂ ਨੇ ਮਸ਼ੂਕਾਂ ਨਾਲ ਰੰਗ ਰਲੀਆਂ ਮਨਾਉਣ ਵਾਲੇ ਘੜਮ ਚੌਧਰੀਆਂ ਦਾ ਸ਼ਹੀਦ ਹੋ ਸਕਦਾ, ਸਿੱਖ ਪੰਥ ਦਾ ਸ਼ਹੀਦ ਨਹੀਂ ਹੋ ਸਕਦਾ। ਨਾ ਹੀ ਸਿੱਖ ਜਿਹੜੇ ਨੇ ਅਸਲ ਸਿੱਖ ਤੇ ਘੜਮ ਚੌਧਰੀ ਸਿੱਖਾਂ ਦੇ ਵਿੱਚ ਬੜਾ ਫਰਕ ਆ। ਘੜਮ ਚੌਧਰੀ ਮੁਗਲਾਂ ਦੇ ਵਾਰਸ ਆ, ਅਸਲ ਸਿੱਖ ਜਿਹੜੇ ਨੇ ਉਹ ਕਲਗੀਧਰ ਪਿਤਾ ਦੇ ਵਾਰਸ ਨੇ। ਇਸ ਕਰਕੇ ਮੇਰੇ ਵੀਰੋ, ਪੰਜਾਬ ਦੇ ਵਿੱਚ ਸਾਨੂੰ ਹੁਣ ਇੱਕ ਹੋ ਕੇ ਹਿੰਦੂਆਂ ਨੂੰ, ਮੁਸਲਮਾਨ ਸਿੱਖਾਂ ਨੂੰ, SC BC ਜੈਨੀ ਬੋਧੀਆਂ ਨੂੰ ਹੁਣ ਸਾਨੂੰ ਇਕੱਠਿਆਂ ਹੋ ਕੇ ਇਹਨਾਂ ਵਾਇਰਸਾਂ ਦੇ ਉੱਤੇ ਜਲਦ ਤੋਂ ਜਲਦ ਸਪਰੇਅ ਕਰਨੀ ਪੈਣੀ ਹੈ। ਇਕੱਠੇ ਹੋ ਕੇ ਹੋਊਗੀ ਸਪਰੇਅ, ਤੇ ਜਦੋਂ ਸਪਰੇਅ ਹੋਊਗੀ ਤੇ ਆਪੇ ਹੀ ਉਹ ਨਦੀਨ ਜਿਹੜੇ ਨੇ, ਉਹ ਜਿਹੜੇ ਕੀਟਨਾਸ਼ਕ ਉਹਨਾਂ ਦੇ ਉੱਤੇ ਛਿੜਕ ਦਿੱਤਾ ਗਿਆ, ਤੇ ਆਪੇ ਹੀ ਇਹ ਖਤਮ ਹੋ ਜਾਣੇ ਆ। ਕਿਉਂਕਿ ਅਸੀਂ ਜੋ 84 ਦੇ ਵਿੱਚ ਵਾਇਰਸ ਉਤਪੰਨ ਹੋਏ ਸੀ ਤੇ ਉਹਨਾਂ ਨੇ ਪੰਜਾਬ ਦੀ ਨੌਜਵਾਨੀ ਖਤਮ ਕਰਵਾ ਦਿੱਤੀ ਸੀ, ਅਸੀਂ ਉਹ ਵਾਇਰਸ ਦੁਬਾਰਾ ਪੰਜਾਬ ਦੇ ਵਿੱਚ ਨਹੀਂ ਉਤਪੰਨ ਹੋਣ ਦੇਵਾਂਗੇ। ਕੀਟਨਾਸ਼ਕ ਇਹਨਾਂ ਦੇ ਉੱਤੇ ਸੁੱਟਦੇ ਰਵਾਂਗੇ, ਇਹ ਕੁਝ ਨਹੀਂ ਵਿਗਾੜ ਸਕਦੇ ਸਾਡਾ। ਆਓ ਪੰਜਾਬੀਓ ਇੱਕ ਹੋਈਏ, ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਜੇ ਤੁਹਾਨੂੰ ਲੱਗਦਾ ਵੀ ਠੀਕ ਕੰਮ ਕਰ ਰਹੀ ਆ, ਆਓ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਈਏ। ਜਿਹੜੇ ਪਿੰਡ 'ਚ ਤੁਸੀਂ ਰਹਿੰਦੇ ਆ, ਤੁਹਾਨੂੰ ਲੱਗਦਾ ਅਗਰ ਤੁਹਾਡੇ ਪਿੰਡ 'ਚ ਕੋਈ ਘੜਮ ਚੌਧਰੀ ਕਿਸੇ ਨਾਲ ਜ਼ੁਲਮ ਕਰ ਰਹੇ ਆ, ਤਸ਼ੱਦਦ ਕਰ ਰਹੇ ਆ, ਓਏ ਜਿਉਂਦੇ ਹੋਣ ਦਾ ਸਬੂਤ ਦਵੋ ਮੇਰੇ ਵੀਰੋ। ਓਏ ਚੁੱਪ ਨਾ ਕਰੋ ਜ਼ੁਲਮ ਦੇਖ ਕੇ ਮੇਰੇ ਵੀਰੋ। ਹੱਥ ਜੋੜ ਕੇ ਬੇਨਤੀਆਂ ਕਰ ਰਿਹਾ ਤੁਹਾਡਾ ਵੀਰ ਕਿ ਜ਼ੁਲਮ ਸਹਿਣਾ ਜਿੰਨਾ ਪਾਪ ਆ, ਜਿੰਨਾ ਜ਼ੁਲਮ ਕਰਨਾ ਪਾਪ ਆ, ਉਹਨਾਂ ਜ਼ੁਲਮ ਸਹਿਣਾ ਵੀ ਪਾਪ ਆ ਮੇਰੇ ਵੀਰੋ। ਕਿਤੇ ਜ਼ੁਲਮ ਹੁੰਦਾ ਵੇਖੋ, ਕੋਈ ਘੜਮ ਚੌਧਰੀ ਕਿਸੇ ਗਰੀਬ ਧੀ ਭੈਣ ਨਾਲ, ਕਿਸੇ ਗਰੀਬ ਨਾਲ ਧੱਕੇਸ਼ਾਹੀ ਕਰ ਰਿਹਾ, ਕਿਸੇ ਨੂੰ ਗੁਲਾਮ ਬਣਾ ਕੇ ਤੁਹਾਡੇ ਆਂਢ ਗੁਆਂਢ 'ਚ ਰੱਖਿਆ, ਤੁਸੀਂ ਸਾਡੀ ਜਥੇਬੰਦੀ ਨਾਲ ਸੰਪਰਕ ਕਰੋ ਔਰ ਆਪਣੇ ਪਿੰਡਾਂ ਦੇ ਵਿੱਚ 11 ਮੈਂਬਰੀ ਕਮੇਟੀਆਂ ਬਣਾ ਲਓ ਮੇਰੇ ਵੀਰੋ, ਕਮੇਟੀਆਂ ਬਣਾ ਲਓ। ਮੈਂ ਆਪ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਦਾ, ਕਮੇਟੀਆਂ ਬਣਾਓ ਤੁਸੀਂ, ਔਰ ਕਮੇਟੀਆਂ ਬਣਾ ਕੇ ਆਓ ਆਪਾਂ ਇੱਕ ਦੂਜੇ ਦੀ ਤਾਕਤ ਬਣ ਜਾਈਏ। ਤੇ ਮੈਂ ਗਰੀਬ ਲੋਕਾਂ ਨੂੰ ਕਹਿਣਾ ਚਾਹੁੰਦਾ ਆ, ਜਿੱਥੇ ਕਿਤੇ ਤੁਹਾਡੇ ਨਾਲ ਕੋਈ ਘੜਮ ਚੌਧਰੀ ਜ਼ੁਲਮ ਕਰਦਾ, ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ, ਇਹ ਤੁਹਾਡੀ ਆਵਾਜ਼ ਆ, ਇਹ ਤੁਹਾਡੇ ਲਈ ਆਈ ਆ ਹੋਂਦ ਦੇ ਵਿੱਚ। ਇਹ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਆਈ ਆ, ਇਹ ਆਪਣੇ ਭਾਰਤ ਨੂੰ ਖੁਸ਼ਹਾਲ ਬਣਾਉਣ ਆਈ ਆ, ਇਹ ਆਪਣੇ ਹਿੰਦੂਆਂ ਨੂੰ, ਆਪਣੇ ਸਨਾਤਨੀ, ਆਪਣੇ ਜੈਨੀ ਬੋਧੀ ਮੁਸਲਮਾਨ ਭਰਾਵਾਂ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਵੇਗੀ ਤੇ ਉਹਨਾਂ ਦੇ ਕੋਲੋਂ ਹੱਥ ਜੋੜ ਕੇ ਸਾਥ ਮੰਗੇਗੀ ਵੀ। ਆਓ ਆਪਾਂ ਇੱਕ ਹੋਈਏ ਤੇ ਪੰਜਾਬ ਨੂੰ ਖੁਸ਼ਹਾਲ ਬਣਾਈਏ। ਅਗਰ ਕਿਸੇ ਨਾਲ ਕੋਈ ਜ਼ੁਲਮ ਹੋ ਰਿਹਾ, ਸੰਪਰਕ ਕਰੋ। ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਤੁਹਾਡੇ ਨਾਲ, ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇਗੀ। ਸਾਥੀਓ, ਸਰਦਾਰ ਗੁਰਦੇਵ ਸਿੰਘ ਜੀ ਸਰਪੰਚ ਸਾਹਿਬ ਜੋ ਮੋਗੇ ਤੋਂ ਨੇ, ਸੂਬਾ ਸਕੱਤਰ ਨੇ, ਉਹਨਾਂ ਨੇ ਬੜੀ ਸੂਝ-ਬੂਝ ਤੇ ਬੜੀ ਹੁਸ਼ਿਆਰੀ ਦੇ ਨਾਲ ਸੂਬਾ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਆਪਣੀ ਟੀਮ ਨੂੰ ਲੈ ਕੇ ਉਸ ਬੀਬੀ ਪ੍ਰਿੰਸੀਪਲ ਦੇ ਕੋਲੋਂ ਜਿਹੜੀ ਘੜਮ ਚੌਧਰੀਆਂ ਦੀ ਇਹ ਜਿਹੜੀ ਕਿਸਾਨ ਜਥੇਬੰਦੀ ਉਗਰਾਹਾਂ ਮੋਗਾ ਇਕਾਈ ਦੀ ਜਿਹੜੀ ਟੀਮ ਸੀ, ਜਿਹੜੀ ਦਾਬੇ ਬਣਾ ਰਹੀ ਸੀ ਤੇ ਮੁਲਜ਼ਮ ਨੂੰ ਬਚਾਉਣ ਦੇ ਲਈ ਪੁਲਿਸ ਦੇ ਉੱਤੇ ਦਬਾਅ ਬਣਾ ਰਹੀ ਸੀ। ਦੇਖੋ, ਸਾਡੇ 3 ਮਾਮਲੇ ਬਲਾਤਕਾਰ ਦੇ ਹੋਏ ਨੇ ਜਿੱਥੇ ਕਿਸਾਨ ਜਥੇਬੰਦੀਆਂ ਨੇ ਘੜਮ ਚੌਧਰੀ ਬਲਾਤਕਾਰੀਆਂ ਨੂੰ ਬਚਾਉਣ ਵਾਸਤੇ ਉਹਨਾਂ ਦਾ ਸਾਥ ਦਿੱਤਾ। ਤੁਸੀਂ ਇੱਕ ਸਰਸੇ ਵਾਲੇ ਬਲਾਤਕਾਰੀ ਨੂੰ ਪੰਜਾਬ 'ਚ ਵੜਨ ਤੋਂ ਰੋਕ ਰਹੇ ਆ। ਉਹ ਪੰਜਾਬੀਓ, ਤੁਹਾਡਾ ਜ਼ਮੀਰ ਕਿੱਥੇ ਮਰ ਗਿਆ? ਉਹ ਸਰਸੇ ਵਾਲਾ ਇਸੇ ਕਮਿਊਨਿਟੀ ਦਾ ਘੜਮ ਚੌਧਰੀ ਆ, ਉਹ ਵੀ ਬਲਾਤਕਾਰੀ ਆ। ਇਹਨਾਂ ਦੇ ਖੂਨ 'ਚ ਬਲਾਤਕਾਰ ਦਾ ਵਾਇਰਸ ਆ, ਇਹਨਾਂ ਨੇ ਧੋਖੇ ਕੀਤੇ ਆ ਮੇਰੇ ਵੀਰੋ। ਜਿਹੜੇ ਪੰਜਾਬ ਦੇ ਵਿੱਚ ਬਲਾਤਕਾਰ ਕਰ ਰਹੇ ਆ ਸਾਡੀਆਂ ਗਰੀਬ ਮਜ਼ਦੂਰਾਂ ਦੀਆਂ ਧੀਆਂ ਦੇ, ਆ ਹੁਣ ਕਿਸਾਨ ਦੀ ਧੀ ਵੀ ਇਹਨਾਂ ਘੜਮ ਚੌਧਰੀਆਂ ਤੋਂ ਸੇਫ ਨਹੀਂ ਆ। ਇਸ ਧੀ ਦਾ ਸਾਥ ਦਈਏ। ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਇਸ ਜਥੇਬੰਦੀ ਜਿਹੜੀ ਆ ਉਹ ਆਪਣੀ ਹਰਜਿੰਦਰ ਕੌਰ ਉੱਪਲ, ਕਿਸਾਨ ਦੀ ਧੀ, ਸਾਡੀ ਧੀ, ਉਹ ਅਸੀਂ ਉਹਦੇ ਨਾਲ ਹਿੱਕ ਡਾ ਕੇ ਖੜੇ ਆ, ਮੋਢੇ ਨਾਲ ਮੋਢਾ ਸਾਥ ਦਵਾਂਗੇ ਲਾ ਕੇ। ਸੋ ਸਾਥੀਓ, ਪੰਜਾਬ ਦੇ ਹੋਰ ਵੀ ਕਈ ਘੜਮ ਚੌਧਰੀ ਆ ਜਿਹੜੇ ਪਹਿਲਾਂ ਮੱਝਾਂ ਚੋਰ ਸੀ, ਬਾਅਦ ਚ ਬੱਕਰੀ ਚੋਰ ਬਣ ਗਏ। ਇਦਾਂ ਦੇ ਲੋਕਾਂ ਨੂੰ ਕਦੀ ਵੇਖਿਆ ਤੁਸੀਂ ਕੋਈ ਸਟੇਟਮੈਂਟ ਦਿੰਦੇ ਹੋਏ ਵੀ ਅਸੀਂ ਧੀਆਂ ਦੀ ਰਾਖੀ ਕਰਾਂਗੇ? ਉਦਾਂ ਇਹਨਾਂ ਨੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਪੋਸਟਰ ਲਵਾਏ ਸੀ ਧੀਆਂ ਦੀਆਂ ਇੱਜ਼ਤਾਂ ਦੇ ਰਾਖੇ। ਤੇ ਇਸ ਬੱਕਰੀ ਚੋਰ ਜੋ ਪਹਿਲਾਂ ਮੱਝਾਂ ਚੋਰ ਹੁੰਦਾ ਸੀ ਤੇ ਹੁਣ ਬੱਕਰੀ ਚੋਰ ਆ, ਹੁਣ ਤੁਸੀਂ ਕੋਈ ਇਹਦੀ ਸਟੇਟਮੈਂਟ ਦੇਖੀ ਸੋਸ਼ਲ ਮੀਡੀਆ ਦੇ ਉੱਤੇ ਜਾਂ ਮੀਡੀਆ ਦੇ ਵਿੱਚ ਕਿਤੇ ਵੀ ਅਸੀਂ ਉਸ ਹਰਜਿੰਦਰ ਕੌਰ ਉੱਪਲ ਭੈਣ ਦੇ ਨਾਲ ਖੜਾਂਗੇ? ਆਈ ਕਿਸੇ ਦੀ ਸਟੇਟਮੈਂਟ? ਆਈ ਕਿਸੇ 3-3 ਫੁੱਟ ਦੀਆਂ ਕਿਰਪਾਨਾਂ ਫੜੇ ਹੋਏ ਇਹਨਾਂ ਘੜਮ ਚੌਧਰੀ ਭੇਖੀਆਂ ਦੀ ਕਿਸੇ ਦੀ ਕੋਈ ਸਟੇਟਮੈਂਟ ਆਈ ਆ? ਸਟੇਟਮੈਂਟ ਅਗਰ ਆਈ ਆ,
ਉਹ ਲੋਕਾਂ ਦੀ ਆਈ ਹੈ ਜਿਹੜੇ ਦਰਦੀ ਨੇ, ਜਿਹੜੇ ਪੰਜਾਬ ਦੇ ਦਰਦੀ ਨੇ, ਆਪਣੇ ਗੁਰੂਆਂ ਦੀ ਸੋਚ ਤੇ ਪਹਿਰਾ ਦਿੰਦੇ ਆ, ਬਾਬੇ ਨਾਨਕ ਦੀ 35 ਮਹਾਂਪੁਰਸ਼ਾਂ ਦੀ ਸੋਚ ਤੇ ਪਹਿਰਾ ਦਿੰਦੇ ਆ। ਉਹ ਲੋਕਾਂ ਨੇ ਸਟੇਟਮੈਂਟਾਂ ਵੀ ਦਿੱਤੀਆਂ ਤੇ ਇਸ ਭੈਣ ਦਾ ਸਾਥ ਵੀ ਦੇ ਰਹੇ ਆ। ਮਜ਼ਲੂਮਾਂ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਭੈਣ ਦੇ ਨਾਲ ਖੜੀ ਆ ਔਰ ਉਸ ਘੜਾਮ ਚੌਧਰੀ ਨੂੰ ਜਲਦ ਹੀ ਸਲਾਖਾਂ ਦੇ ਪਿੱਛੇ ਪਹੁੰਚਾ ਦੇਵੇਗੀ। ਅਗਰ ਕੋਈ ਸ਼ਬਦ ਮੇਰੇ ਮੂੰਹ ਦੇ ਵਿੱਚੋਂ ਫालतू ਨਿਕਲ ਗਿਆ ਹੋਵੇ ਤੇ ਜਿਹੜੇ ਲੋਕ ਸਾਡੀ ਵਿਚਾਰਧਾਰਾ ਨੂੰ ਪਿਆਰ ਕਰਕੇ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਅਗਰ ਕੋਈ ਠੇਸ ਪਹੁੰਚੀ ਹੋਵੇ ਤੇ ਹੱਥ ਜੋੜ ਕੇ ਖਿਮਾ ਦਾ ਜਾਚਕ ਆ। ਅਸੀਂ ਕਿਸੇ ਵੀ ਇੱਕ ਕਮਿਊਨਿਟੀ, ਸਾਡਾ ਕਿਸੇ ਧਰਮ ਕਿਸੇ ਜਾਤ ਨਾਲ ਕੋਈ ਵੈਰ ਨਹੀਂ, ਪਰ ਜਿਹੜੀ ਕਮਿਊਨਿਟੀ ਦੇ ਲੋਕ ਆਪਣੀ ਜਾਤ ਦਾ ਨਾਂ ਲੈ ਕੇ, ਜਾਤ ਦਾ ਹੰਕਾਰ ਕਰਕੇ, ਜਾਤ ਦਾ ਹੰਕਾਰ ਦਾ ਧੌਣ ਚ ਕਿੱਲਾ ਲੈ ਕੇ ਦੂਜਿਆਂ ਦੀਆਂ ਧੀਆਂ ਨੂੰ ਰੋਲਣਗੇ, ਉਹਨਾਂ ਦੀ ਇੱਜ਼ਤਾਂ ਰੋਲਣਗੇ, ਜਾਤਾਂ ਪਰਖਣਗੇ, ਉਹਨਾਂ ਦੀ ਧੌਣ ਚੋਂ ਕਿੱਲਾ ਕੱਢਦੇ ਆ ਤੇ ਕੱਢਦੇ ਰਵਾਂਗੇ। ਤੇ ਜਿਹੜੇ ਲੋਕ ਚੰਗੀ ਸੋਚ ਵਾਲੇ ਨੇ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ ਵੀ ਚੁੱਪ ਰਹਿ ਕੇ ਸਮਰਥਨ ਨਾ ਦਿਆ ਕਰੋ, ਤੁਹਾਡਾ ਕੁਝ ਨਹੀਂ ਵਿਗਾੜ ਸਕਦੇ। ਆ ਮਜ਼ਦੂਰਾਂ ਦੇ ਪੁੱਤ ਹਿੰਮਤਾਂ ਕਰਕੇ ਇਹਨਾਂ ਘੜਮ ਚੌਧਰੀ, ਇਹ ਜਿਹੜੇ ਤਗੜੇ ਕਹਿੰਦੇ ਅਸੀਂ ਰਜਵਾੜੇ ਜ਼ਗੀਰਦਾਰ ਆ, ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਇਹ ਸਾਨੂੰ ਅੰਦਰ ਕਰਾਉਣ ਦੀ ਲੱਖਾਂ ਕਰੋੜਾਂ ਖਰਚ ਕਰ ਦੇਣਗੇ। ਸਾਨੂੰ ਪਤਾ ਸਾਡੇ ਕੋਲ ਭਾਰਤ ਦਾ ਸੰਵਿਧਾਨ ਆ, ਸਾਡੇ ਕੋਲ ਐਜੂਕੇਸ਼ਨ ਆ, ਸਾਡੇ ਕੋਲ ਕਲਮ ਦੀ ਤਾਕਤ ਆ, ਤੇ ਇਹਨਾਂ ਦੀ ਤਾਕਤ, ਇਹਨਾਂ ਦੇ ਨੋਟਾਂ ਦੀ ਤਾਕਤ ਸਾਡੇ ਸੰਵਿਧਾਨ ਦੀ ਤਾਕਤ ਤੇ ਕਲਮ ਦੀ ਤਾਕਤ ਦੇ ਅੱਗੇ ਛੋਟੀ ਪੈ ਜਾਂਦੀ ਆ। ਡਰਿਆ ਨਾ ਕਰੋ, ਖੁੱਲ ਕੇ ਇਹਨਾਂ ਦਾ ਮੁਕਾਬਲਾ ਕਰਿਆ ਕਰੋ। ਸੋ ਜਿਹੜਾ ਘੜਮ ਚੌਧਰੀ ਬਾਜਵਾ ਜੱਟ ਯੂਕੇ ਵਾਲਾ ਧੀਆਂ ਭੈਣਾਂ ਦੇ ਸਾਡੀਆਂ ਨੋਲਦਾ ਸੀ, ਅੱਜ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ, ਪੰਜਾਬ ਦੇ ਕਿਸਾਨੋ, ਤੁਸੀਂ ਚੁੱਪ ਕਰ ਗਏ ਸੀ, ਤੁਸੀਂ ਉਹਨੂੰ ਲਾਹਨਤਾਂ ਨਹੀਂ ਪਾਈਆਂ ਸੀਗੀਆਂ। ਬਾਜਵੇ ਜੱਟ ਨੂੰ ਜਿਹੜਾ ਕਹਿੰਦਾ ਸੀਗਾ ਕਿ ਮੈਂ ਯੂਕੇ ਦੇ ਵਿੱਚ ਸਨੋ 'ਚ ਰਹਿਣਾ ਆ, ਤੇ ਉਹਨੇ ਧੀਆਂ ਭੈਣਾਂ ਨੂੰ ਗਾਲਾਂ ਕੱਢਿਆ ਸੀ, ਬਾਅਦ 'ਚ ਮਾਫੀ ਵੀ ਮੰਗ ਗਿਆ ਸੀ ਚੱਡਿਆਂ 'ਚ ਪੂਛ ਲੈ ਕੇ। ਤੁਸੀਂ ਅਗਰ ਚੰਗੇ ਹੁੰਦੇ, ਜੇ ਤੁਸੀਂ ਕਹਿੰਦੇ ਆ ਵੀ ਚੰਗੀ ਸੋਚ ਵਾਲੇ ਆ, ਤੁਸੀਂ ਜੇ ਉਹਨਾਂ ਨੂੰ ਉਹਨੂੰ ਲਾਹਨਤਾਂ ਪਾਉਂਦੇ ਤੇ ਫਿਰ ਅਸੀਂ ਸਮਝਦੇ ਕਿ ਵਾਕਿਆ 'ਚ ਤੁਸੀਂ ਸਾਡੇ ਨਾਲ ਨੌ ਮਾਸ ਦਾ ਰਿਸ਼ਤਾ ਰੱਖ ਰਹੇ ਆ। ਲੇਕਿਨ ਤੁਸੀਂ ਚੁੱਪ ਰਹਿ ਕੇ ਇੱਦਾਂ ਦੇ ਹੰਕਾਰੇ ਲੋਕਾਂ ਦਾ ਸਮਰਥਨ ਕਰਦੇ ਆ। ਤੁਸੀਂ ਪਿੰਡਾਂ ਦੇ ਵਿੱਚ ਵੀ ਆਪਣੇ ਪਿੰਡਾਂ 'ਚ ਵੀ ਘੜਮ ਚੌਧਰੀ ਜਦੋਂ ਜ਼ੁਲਮ ਕਰਦੇ ਆ ਤੇ ਤੁਸੀਂ ਪੰਚਾਇਤੀ ਫੈਸਲੇ ਜ਼ੁਲਮੀਆਂ ਦੇ ਹੱਕ 'ਚ ਕਰਵਾਉਨੇ ਆ, ਚੁੱਪ ਰਹਿ ਕੇ ਤੁਸੀਂ ਸਮਰਥਨ ਦਿੰਦੇ ਆ। ਜੇ ਤੁਸੀਂ ਇਹ ਆਪਣੀ ਗੰਦੀ ਆਦਤ ਨਾ ਛੱਡੀ, ਮੈਂ ਘੱਟ ਜ਼ਮੀਨ ਵਾਲੇ ਤੇ ਬੇਜ਼ਮੀਨੇ ਕਿਸਾਨਾਂ ਨੂੰ ਦੱਸ ਰਿਹਾ ਕਿ ਜੇ ਤੁਸੀਂ ਚੁੱਪ ਰਹਿ ਕੇ ਘੜਮ ਚੌਧਰੀਆਂ ਦਾ ਸਾਥ ਦਿੰਦੇ ਰਹੇ, ਜੇ ਤੁਸੀਂ ਇਹ ਗੰਦੀ ਆਦਤ ਨਾ ਛੱਡੀ, ਤੇ ਮਿੱਤਰੋ ਬਰੂਦ ਦੇ ਢੇਰ ਦੇ ਉੱਤੇ ਫਿਰ ਜਿੱਥੇ ਅਸੀਂ ਬੈਠੇ ਆ ਉੱਥੇ ਤੁਸੀਂ ਵੀ ਬੈਠੇ ਆ, ਤੇ ਫਿਰ ਜਿੱਦਣ ਬਰੂਦ ਨੂੰ ਅੱਗ ਲੱਗਣੀ ਆ, ਲੂਏ ਤੁਸੀਂ ਵੀ ਜਾਣਾ ਤੇ ਲੂਏ ਅਸੀਂ ਵੀ ਜਾਣਾ। ਸਾਨੂੰ ਕੋਈ ਪਰਵਾਹ ਨਹੀਂ, ਸਾਡੀ ਤੇ ਆਦਤ ਆ, ਅਸੀਂ ਤੇ ਅੱਗਾਂ ਨਾਲ ਖੇਡਦੇ ਆ। ਸਾਡੇ ਮਹਾਂਪੁਰਸ਼ਾਂ ਨੇ ਤੇ ਸਾਨੂੰ ਗੁੜਤੀ ਹੀ ਖੰਡੇ ਦੀ ਧਾਰ ਤੋਂ ਦਿੱਤੀ ਆ। ਅਸੀਂ ਮੌਤ ਤੋਂ ਨਹੀਂ ਡਰਦੇ, ਨਾ ਅੱਗਾਂ ਤੋਂ ਡਰਦੇ ਆ, ਨਾ ਜ਼ੁਲਮ ਤੋਂ ਡਰਦੇ ਆ। ਅਸੀਂ ਨਾ ਜ਼ੁਲਮ ਸਹਿਨੇ ਆ ਤੇ ਨਾ ਅਸੀਂ ਜ਼ੁਲਮ ਕਰਦੇ ਆ ਤੇ ਨਾ ਕਰਨ ਦਿੰਦੇ ਆ। ਤੇ ਜਿਹੜਾ ਜ਼ੁਲਮ ਕਰਦਾ ਉਹਦੀ ਧੌਣ ਦੇ ਉੱਤੇ ਗੋਡਾ ਰੱਖਦੇ ਆ, ਇੰਨੀ ਜੁਰਤ ਸਾਡੇ 'ਚ ਹੈਗੀ ਆ ਮੇਰੇ ਵੀਰੋ। ਮਜ਼ਲੂਮਾਂ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਜਿੰਦਾਬਾਦ। ਇਹ ਮਜ਼ਲੂਮਾਂ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਇੱਕ ਸੋਚ ਆ, ਮੈਂ ਇਸ ਦੁਨੀਆ 'ਚ ਰਵਾਂ ਜਾਂ ਨਾ ਰਵਾਂ, ਲੇਕਿਨ ਇਹ ਜਥੇਬੰਦੀ ਦੇ ਵਿੱਚ ਕੰਮ ਕਰਨ ਵਾਲੇ ਲੋਕ ਆਪਣੇ ਮਹਾਂਪੁਰਸ਼ਾਂ ਦੀ ਸੋਚ ਦੇ ਉੱਤੇ ਜਿਹੜੀ ਬਣਾਈ ਗਈ ਹੈ ਜਥੇਬੰਦੀ ਆ ਮਜ਼ਲੂਮਾਂ ਮਜ਼ਦੂਰਾਂ ਦੀ ਆਵਾਜ਼, ਇਹ ਆਪਣੇ ਮਜ਼ਲੂਮਾਂ ਮਜ਼ਦੂਰਾਂ ਭੈਣਾਂ ਭਰਾਵਾਂ ਦੇ ਨਾਲ ਖੜਦੀ ਰਹੇਗੀ। ਸੋ ਹਰਜਿੰਦਰ ਕੌਰ ਉੱਪਲ ਭੈਣੇ, ਪਰਵਾਹ ਨਾ ਕਰੀ, ਤੇਰੇ ਨਾਲ ਖੜੇ ਆ। ਜੇ ਉਸ ਘੜਮ ਚੌਧਰੀ ਨੂੰ ਕੰਬਣ ਨਾ ਲਾਤਾ ਤੇ ਮੈਂ ਕਹਿੰਦਾ ਭੈਣੇ ਤੂੰ ਆਪ ਸਾਡਾ ਨਾਂ ਬਦਲ ਦੇਵੀਂ, ਇਹ ਤੇਰੇ ਨਾਲ ਵਾਅਦਾ ਕਰਦੇ ਆ। ਅਸੀਂ ਉਹ ਫੁਕਰੇ ਨਹੀਂ ਜਿਹੜੇ ਵਿਆਹਾਂ ਸ਼ਾਦੀਆਂ ਦੇ ਵਿੱਚ ਡੱਬ ਦੇ ਵਿੱਚ ਹਥਿਆਰ ਲਾ ਕੇ, ਤੇ ਫੁਕਰੇ ਜਿਹੜੇ ਵਿਆਹਾਂ ਸ਼ਾਦੀਆਂ ਪੈਲਸਾਂ 'ਚ ਧੀਆਂ ਦੇ ਉੱਤੇ ਫੁਕਰੀਆਂ ਦਿਖਾਉਣ ਵਾਸਤੇ ਹਥਿਆਰਾਂ ਨੂੰ ਇਸਤੇਮਾਲ ਕਰਦੇ ਆ ਜਾਂ ਫੁਕਰੀਆਂ ਮਾਰਦੇ ਆ। ਅਸੀਂ ਇਦਾਂ ਦੀ ਸੋਚ ਨਹੀਂ ਰੱਖਦੇ ਆ। ਅਸੀਂ ਅਸਲੇ ਸਾਡੇ ਕੋਲ ਵੀ ਆ, ਪਰ ਉਦੋਂ ਕੱਢੀਦੇ ਆ ਜਦੋਂ ਲੋੜ ਪੈਂਦੀ ਆ, ਦਿਖਾਇਆ ਕਦੀ ਨਹੀਂ, ਦਿਖਾਉਂਦੇ ਕਦੀ ਨਹੀਂ, ਕਿਉਂਕਿ ਸਾਡੇ ਕੋਲ ਜਿਹੜੇ ਅਸਲੇ ਆ ਸਾਡੀ ਆਪਣੀ ਮਿਹਨਤ ਦੀ ਕਮਾਈ ਦੇ ਆ। ਤੇ ਜਿਹੜੇ ਘੜਮ ਚੌਧਰੀਆਂ ਕੋ ਅਸਲੇ ਆ, ਇਹ ਕਰਜ਼ੇ ਮਾਫ ਕਰਾਏ ਹੋਏ, ਜਿਹੜੇ ਸਾਡੇ ਟੈਕਸ ਨਾਲ ਕਰਜ਼ੇ ਲਿੱਤੇ ਹੁੰਦੇ ਆ ਸਰਕਾਰਾਂ ਤੋਂ, ਫਿਰ ਮਾਫ ਕਰਾਏ ਹੁੰਦੇ ਆ, ਇਹਨਾਂ ਨੇ ਉਹ ਕਰਜ਼ੇ ਮਾਫ ਕਰਵਾ ਕੇ ਅਸਲੇ ਲਏ ਹੁੰਦੇ ਆ। ਇਸ ਕਰਕੇ ਹੋਛਿਆਂ ਦੇ ਕੋਲ ਜਦੋਂ ਹੋਛੇ ਬੰਦੇ ਕੋਲ ਅਸਲਾ ਆ ਜਾਂਦਾ, ਉਹ ਫਿਰ ਦਿਖਾਉਂਦਾ ਆ, ਉਹ ਫੁਕਰੀਆਂ ਮਾਰਦਾ, ਆਪਣਾ ਹੋਛਾਪਨ ਤੇ ਆਪਣੀ ਔਕਾਤ ਦਿਖਾ ਜਾਂਦਾ ਆ। ਸੋ ਅਸੀਂ ਔਕਾਤ 'ਚ ਰਹਿੰਦੇ ਆ, ਜਿਹਦੇ ਕਰਕੇ ਸਾਡੇ ਕੋਲ ਵੀ ਹੈਗੇ ਆ ਬਹੁਤ ਕੁਛ, ਪਰ ਅਸੀਂ ਦਿਖਾਉਂਦੇ ਨਹੀਂ ਆ। ਰਾਈਟ। ਸੋ ਭੈਣੇ ਬਿਲਕੁਲ ਤੇਰੇ ਨਾਲ ਆ, ਚਿੰਤਾ ਨਾ ਕਰੀ। ਐਂਡ ਦੇ ਉੱਤੇ ਜਾਂਦਾ ਜਾਂਦਾ ਫੇਰ ਕਹਿ ਜਾਵਾਂ, ਸਾਡੀ ਕਿਸੇ ਜਾਤ ਕਿਸੇ ਧਰਮ ਨਾਲ ਲੜਾਈ ਨਹੀਂ ਆ, ਪਰ ਜਿਹੜਾ ਕਿਸੇ ਦੀਆਂ ਧੀਆਂ ਤੇ ਜ਼ੁਲਮ ਕਰੂਗਾ, ਜਿਹੜਾ ਆਪਣੀ ਜਾਤ ਦਾ ਨਾਂ ਲੈ ਕੇ ਤੇ ਦੂਜੇ ਦੀ ਜਾਤ ਪਰਖੂਗਾ, ਫਿਰ ਉਹਦੀ ਧੌਣ ਦੇ ਉੱਤੇ ਗੋਡਾ ਰੱਖਿਆ ਜਾਊਗਾ, ਉਹਨੂੰ ਕਰਾਰਾ ਜਵਾਬ ਮਿਲੇਗਾ, ਕਰਾਰਾ ਜਵਾਬ ਮਿਲੇਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਲਵ ਯੂ ਆ ਵੀਰੋ, ਸ਼ੇਅਰ ਕਰ ਦਿਓ। ਅੱਜ ਮੈਂ ਕਹਿ ਰਿਹਾ ਸ਼ੇਅਰ ਕਰ ਦਿਓ। ਤੇ ਤੁਹਾਡੇ ਵੀਰ ਦਾ ਇੱਕ ਚੈਨਲ ਹੈ YouTube ਦੇ ਉੱਤੇ, ਡਾਕਟਰ ਗੁਰਿੰਦਰ ਸਿੰਘ ਰੰਗਰੇਟਾ, ਉਹਨੂੰ ਵੀ ਸਬਸਕ੍ਰਾਈਬ ਕਰ ਲਿਓ। ਤੇ ਇੰਸਟਾਗ੍ਰਾਮ ਦੇ ਉੱਤੇ ਜੇ ਤੁਸੀਂ ਹੈਗੇ ਆ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ, ਉੱਥੇ ਵੀ ਤੁਸੀਂ ਜਾ ਕੇ ਸਾਡੇ ਨਾਲ ਜੁੜੋ, ਕਿਉਂਕਿ ਕੜਮ ਚੌਧਰੀ ਸਾਡੇ ਪੇਜਾਂ ਦੇ ਉੱਤੇ ਸਟ੍ਰਾਈਕਾਂ ਦਿੰਦੇ ਰਹਿੰਦੇ ਆ। ਪੇਜ ਬੜੀ ਮੁਸ਼ਕਲਾਂ ਦੇ ਨਾਲ ਬਚਾਈ ਜਾਂਦੇ ਆ ਅਸੀਂ, ਲੇਕਿਨ ਹੋ ਸਕਦਾ ਪਹਿਲਾ ਪੇਜ ਸੀ ਉਹਦੇ ਨਾਲ ਲੱਖਾਂ ਲੋਕ ਜੁੜੇ ਸੀ, ਉਹ ਹੈਕ ਹੋ ਗਿਆ ਸੀ। ਇਹ ਵੀ ਹੋ ਸਕਦਾ ਕਿਤੇ ਕਰਵਾ ਲੈਣ, ਪਰ ਸਾਡੇ ਕੋਲ ਅਲੱਗ-ਅਲੱਗ ਸੋਰਸਸ ਨੇ। ਜੇ ਫੇਸਬੁੱਕ ਵਾਲਾ ਪੇਜ ਇਹ ਮੰਨ ਲਓ ਕਿਸੇ ਤਰੀਕੇ ਨਾਲ ਖਰਾਬ ਕਰਦੇ ਆ, ਸਾਡੇ ਕੋਲ YouTube ਆਪਸ਼ਨ ਹੈਗੀ ਆ। ਜੇ YouTube ਜਾਂਦੀ ਆ ਤੇ ਸਾਡੇ ਕੋਲ ਇੰਸਟਾਗ੍ਰਾਮ ਆ। ਅਸੀਂ ਚਾਹੁੰਦੇ ਆ ਵੀ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਜਿਹੜੀ ਆ ਉਹ ਬੁਲੰਦ ਹੁੰਦੀ ਰਹੇ। ਤੁਹਾਡੇ ਵੀਰਾਂ ਦੇ ਸਾਥ ਨਾਲ ਤੁਸੀਂ ਸਾਡੇ ਨਾਲ ਜੁੜੇ ਰਹੋ। ਤੁਹਾਡੇ ਕਰਕੇ ਸਾਡੀ ਸਰਦਾਰੀ ਆ, ਤੁਹਾਡੇ ਕਰਕੇ ਹੀ ਸਾਨੂੰ ਹੌਸਲਾ ਮਿਲਦਾ। ਤੁਸੀਂ ਉਹ ਵੀਰ ਆ ਜਿਨ੍ਹਾਂ ਨੇ ਹੱਲਾਸ਼ੇਰੀਆਂ ਦੇ ਕੇ, ਹੌਸਲਾ ਦੇ ਕੇ ਤੇ ਅੱਜ ਇੱਥੋਂ ਤੱਕ ਦਾ ਸਫ਼ਰ ਸਾਡਾ ਸੌਖਾ ਕੀਤਾ। ਇਹ ਤੁਹਾਡੀ ਹੱਲਾਸ਼ੇਰੀ, ਤੁਹਾਡੇ ਸਾਥ ਤੋਂ ਬਿਨਾਂ ਸੰਭਵ ਨਹੀਂ ਸੀਗਾ। ਆਓ ਬੇਗਮਪੁਰਾ ਇਸ ਪੂਰੇ ਦੇਸ਼ ਦੇ ਵਿੱਚ ਬਣਾਈਏ, ਇੱਕ ਦੂਜੇ ਦੀ ਬਾਹ ਫੜੀਏ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸੁਪਨਾ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮ ਵਸੇ, ਰਵਿਦਾਸ ਰਹੇ ਪ੍ਰਸੰਨ। ਆਓ ਉਹਨਾਂ ਦਾ ਸੁਪਨਾ ਪੂਰਾ ਕਰੀਏ, 35 ਮਹਾਪੁਰਸ਼ਾਂ ਦਾ ਸੁਪਨਾ ਪੂਰਾ ਕਰੀਏ। ਆਓ ਬੇਗਮਪੁਰਾ ਦੀ ਕਾਮਨਾ ਕਰੀਏ, ਬੇਗਮਪੁਰਾ ਵਸਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਸਾਥੀਓ, ਜਿਹੜੇ ਇੱਥੇ ਗਾਲਾਂ ਕੱਢਣ ਆਏ ਆ, ਇਹ ਮੇਰੇ ਬੱਚਿਆਂ ਦੇ ਮਾਮੇ ਆ। ਇਹਨਾਂ ਦੀਆਂ ਗੋਤਾਂ ਵੇਖਿਓ ਵੀ ਕਿਹੜੀ ਕਿਹੜੀ ਗੋਤ ਦੇ ਆ, ਤੇ ਮੇਰੇ ਬੱਚਿਆਂ ਦੇ ਕਿੰਨੇ ਕੁ ਮਾਮੇ ਆ। ਜਿਨ੍ਹਾਂ ਦੇ ਨੈਗੇਟਿਵ ਕਮੈਂਟ ਆ, ਇਹ ਸਭ ਇਹ ਬੱਚਿਆਂ ਦੇ ਮਾਮੇ ਆ। ਤੇ ਮੈਂ ਜਦੋਂ ਫੁਰਸਤ ਹੁੰਦੀ ਆ, ਵਿਹਲਾ ਹੁੰਨਾ, ਇਹਨਾਂ ਵਾਇਰਸਾਂ ਨੂੰ ਖਤਮ ਕਰਨ ਦੇ ਲਈ ਮੈਂ ਇਹਨਾਂ ਦੇ ਕਮੈਂਟ ਜਿਹੜੇ ਨੇ ਉਹ ਫੇਸਬੁੱਕ ਨੂੰ ਰਿਕੁਐਸਟ ਕਰਕੇ ਰਿਪੋਰਟ ਕਰ ਦਿੰਦਾ। ਇਹ ਫਿਰ ਇਹਨਾਂ ਦੀਆਂ ਚੀਕਾਂ ਵੀ ਵੱਜਦੀਆਂ ਜਦੋਂ ਇਹਨਾਂ ਦੇ ਪੇਜ ਇਹਨਾਂ ਦੇ ਵੀ ਬੰਦ ਹੁੰਦੇ ਆ, ਕਿਉਂਕਿ ਗਲਤ ਕਮੈਂਟ ਨੂੰ ਫੇਸਬੁੱਕ ਜਿਹੜਾ ਉਹ ਰਿਸਟ੍ਰਿਕਟ ਕਰ ਦਿੰਦਾ ਆ। ਇਹਨਾਂ ਦਾ ਗੁੱਸਾ ਨਾ ਕਰਿਆ ਕਰੋ, ਇਹਨਾਂ ਦੀ ਆਦਤ ਹੈ ਗਾਲ ਮੰਦਾ ਕੱਢਣ ਦੀ। ਇਹਨਾਂ ਨੂੰ ਤਾਲੀਮ ਆ ਏਦਾਂ ਦੀ ਮਿਲੀ ਆ ਇਹਨਾਂ ਦੇ ਘਰ ਦੇ ਵਿੱਚੋਂ। ਧੰਨਵਾਦ ਸਾਥੀਓ, ਥੈਂਕ ਯੂ ਵੈਰੀ ਮਚ।